किताब विपरण की रीत तो सच दा मार्ग पहले कांड दा चौथा भाग जब ए गह विपरण की रीत। लेखक गुरबख्श सिंह काला अफगाना, आवाज़ गुरजंट सिंह रूपवाली। वाहिगुरू जी का खालसा वाहिगुरू जी की फतेह। किसे अणडिठे ਅਤੇ ਬਿਖੜੇ ਪੈਂਡੇ ਵਾਲੀ ਮੰਜ਼ਲ ਦੇ ਪਾਂਧੀ ਸੁਪੁੱਤਰ ਨੂੰ ਸਿਆਣੇ ਮਾਤਾ ਪਿਤਾ ਰਸਤੇ ਦੇ ਖਤਰਿਆਂ ਤੋਂ ਸੁਚੇਤ ਰਹਿਣ ਦੀ ਤਾਕੀਦ ਕਰਦੇ ਹਨ। ਜੇ ਦੂਰ ਦ੍ਰਿਸ਼ਟ ਮਾਪਿਆਂ ਨੂੰ ਇਹ ਸੂਹ ਮਿਲ ਜਾਵੇ ਕਿ ਉਹਨਾਂ ਦੇ ਬਚੜੇ ਦੇ ਰਸਤੇ ਵਿੱਚ ਕਿਸੇ ਦੁਸ਼ਮਣ ਨੇ ਮਾਇਆ ਜਾਲ ਵਿਛਾਇਆ ਹੋਇਆ ਹੈ, ਜਿਸ ਵਿੱਚ ਉਲਝ ਕੇ ਰਸਤੇ ਤੋਂ ਭਟਕ ਜਾਣ ਦਾ ਗੰਭੀਰ ਖਤਰਾ ਹੈ, ਤਾਂ ਫਿਰ ਅਜਿਹੇ ਰਸਤੇ ਦੇ ਪਾਂਧੀ ਬੱਚੇ ਨੂੰ ਤਾੜਨਾ ਕਰਨ ਦੇ ਨਾਲ ਕਿਸੇ ਕਰੜੀ ਸਜ਼ਾ ਦਿੱਤੇ ਜਾਣ ਦਾ ਡਰ ਵੀ ਪਾਇਆ ਜਾਂਦਾ ਹੈ। ਅਤਿਅੰਤ ਪਿਆਰੇ ਅਤੇ ਬੜੀਆਂ ਘਾਲਣਾਂ ਨਾਲ ਪ੍ਰਵਾਨ ਚੜ੍ਹਾਏ ਖਾਲਸੇ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਭਰਪੂਰ ਹਿਰਦੇ ਵਾਲੇ ਦਸਮ ਗੁਰੂ ਨਾਨਕ ਪਿਤਾ ਜੀ ਨੂੰ ਵੀ ਕੁਝ ਅਜਿਹੇ ਹੀ ਖਤਰਿਆਂ ਵਾਲਾ ਤੌਖਲਿਆ ਭਰਿਆ ਅਨੁਭਵ ਹੋਇਆ। ਜਿਸ ਅਜਗਰ ਨੇ ਸ਼ਕਤੀਸ਼ਾਲੀ ਅਤੇ ਵਿਸ਼ਾਲ ਰਾਜ ਦੇ ਮਾਲਕ, ਜਿਸ ਦੀਆਂ ਹੱਦਾਂ ਦੇ ਘੇਰੇ ਵਿੱਚ ਬਰਮਾ, ਲੰਕਾ, ਤਿੱਬਤ, ਨੇਪਾਲ, ਕਸ਼ਮੀਰ, ਸਾਰਾ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦਾ ਇਲਾਕਾ ਆਉਂਦਾ ਸੀ, ਬੁੱਧ ਧਰਮ ਨੂੰ ਉਸ ਦੇ ਰਾਜ ਸਮੇਤ ਹੀ ਨਿਗਲ ਲਿਆ ਸੀ। ਉਹ ਭਿਆਨਕ ਖਤਰਾ ਹਜ਼ਾਰ ਫਨੀ ਸ਼ੇਸ਼ਨਾਗ ਆਪਣਾ ਮੂੰਹ ਪਾੜੀ ਖਾਲਸੇ ਨੂੰ ਨਿਸ਼ਾਨਾ ਬਣਾਈ ਘੂਰਦਾ ਗੁਰਦੇਵ ਜੀ ਦੀਆਂ ਪਾਰਖੂ ਅਤੇ ਦੂਰ ਦ੍ਰਿਸ਼ਟ ਨਜ਼ਰਾਂ ਨੇ ਵੇਖ ਲਿਆ ਹੋਇਆ ਸੀ। ਦਸ਼ਮੇਸ਼ ਜੀ ਜਾਣਦੇ ਸਨ ਕਿ ਇਸ ਵਿਕਰਾਲ ਨਾਗ ਦੇ ਮਾਇਆ ਜਾਲ ਵਾਲੇ ਜ਼ਹਿਰੀਲੇ ਡੰਗ ਦਾ ਕੋਈ ਤੋੜ ਲੱਭਣਾ ਹਜ਼ਾਰਾਂ ਸਾਲਾਂ ਤੋਂ ਅਸੰਭਵ ਬਣਿਆ ਆ ਰਿਹਾ ਹੈ। ਭਰਮਾਂ ਭੁਲੇਖਿਆਂ ਦੀਆਂ ਕਰੜੀਆਂ ਤਾਰਾਂ ਨਾਲ ਉਣੇ ਹੋਏ ਇਸ ਦੇ ਮਾਇਆ ਜਾਲ ਵਿੱਚ ਜਿਹੜਾ ਫਸਿਆ, ਉਹ ਆਪਣੀ ਸ਼ਕਲ ਸੂਰਤ ਦੇ ਨਾਲ ਆਪਣੀ ਸੁਤੰਤਰ ਹੋਣ ਤੋਂ ਵੀ ਹੱਥ ਧੋ ਬੈਠਾ ਸੀ। ਬੁੱਧ ਧਰਮ ਨੂੰ ਤਾਂ ਚਲਾਇਆ ਹੀ ਇੱਕ ਰਾਜਕੁਮਾਰ ਨੇ ਸੀ, ਫਿਰ ਉਸ ਨੂੰ ਅਸ਼ੋਕ ਵਰਧਨ ਜਿਹੇ ਬੜੇ ਸ਼ਕਤੀਵਾਨ ਸਮਰਾਟਾਂ ਦੀ ਛਤਰ ਛਾਇਆ ਪ੍ਰਾਪਤ ਹੋ ਗਈ। ਬੁੱਧ ਧਰਮ ਦੇ ਪਸਾਰੇ ਲਈ ਸ਼ਾਹੀ ਖਜ਼ਾਨੇ ਵਿੱਚੋਂ ਭਰਪੂਰ ਮਾਇਕ ਸਹਾਇਤਾ ਵੀ ਮਿਲਦੀ ਰਹੀ ਸੀ, ਪਰ ਇੱਧਰ ਉਸ ਸਮੇਂ ਦੀ ਸਾਰੀ ਰਾਜ ਸੱਤਾ ਗਰੀਬ ਕਿਰਤੀਆਂ ਦੇ ਇਸ ਖਾਲਸੇ ਧਰਮ ਦਾ ਖੁਰਾ ਖੋਜ ਮਿਟਾ ਦੇਣ ਲਈ ਪੂਰਾ ਢਿੱਲ ਲਾ ਰਹੀ ਸੀ। ਖਾਲਸੇ ਦੀ ਮੰਜ਼ਲ ਦਾ ਰਸਤਾ ਤਾਂ ਬੇਅੰਤ ਪ੍ਰਕਾਰ ਦੇ ਭਿਆਨਕ ਖਤਰਿਆਂ ਅਤੇ ਦੁਖਦਾਈ ਔਕੜਾਂ ਨਾਲ ਭਰਿਆ ਹੋਇਆ ਸੀ। ਖਾਲਸੇ ਨੂੰ ਉੱਚ ਗੁਣਾਂ ਵਾਲੀ ਜੀਵਨੀ ਦੇ ਸਿਖਰ ਤੇ ਨਿਰਾ ਪਹੁੰਚਾ ਦੇਣਾ ਹੀ ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨਾ ਨਹੀਂ ਸੀ, ਸਗੋਂ ਗੁਰਦੇਵ ਜੀ ਦੀ ਦਿਲੀ ਸੱਧਰ ਸੀ ਕਿ ਉਸ ਦਾ ਇਹ ਸੁਪੁੱਤਰ ਉਸ ਉੱਚ ਆਚਰਣ ਦੀ ਸਿਖਰ ਤੇ ਸਦਾ ਲਈ ਟਿਕਿਆ ਵੀ ਰਹੇ। ਗੁਰੂ ਜੀ ਦੀ ਇਹ ਦਿਲੀ ਸੱਧਰ ਸੀ ਕਿ ਖਾਲਸਾ ਮਨੁੱਖਤਾ ਦੇ ਸਰਬ ਉੱਚ ਗੁਣਾਂ ਨੂੰ ਸਦਾ ਸਾਂਭੀ ਰੱਖ ਕੇ ਨਿਰਾਲੀ ਆਨ ਸ਼ਾਨ ਦਾ ਮਾਲਕ ਬਣਿਆ ਰਹੇ ਅਤੇ ਆਪਣੇ ਗੁਰੂ ਦਾ ਸਿਰ ਸਦਾ ਹੀ ਉੱਚਾ ਕਰੀ ਰੱਖੇ। ਇਸੇ ਲਈ ਹੀ ਕਲਗੀਧਰ ਜੀ ਨੇ ਖਾਲਸੇ ਨੂੰ ਸੁਚੇਤ ਰਹਿਣ ਲਈ ਸਖਤ ਤਾੜਨਾ ਕਰਨ ਦੇ ਨਾਲ ਹੀ ਹੁਕਮ ਅਦੂਲੀ ਕਰਨ ਤੇ ਕਰੜੀ ਸਜ਼ਾ ਦੇਣ ਦਾ ਫਰਮਾਨ ਵੀ ਕਰ ਦਿੱਤਾ ਸੀ। ਦਸਮ ਗ੍ਰੰਥ ਦੀਆਂ ਕਈ ਬਾਣੀਆਂ ਤੇ ਬੜੇ ਤਿੱਖੇ ਹਮਲੇ ਹੋ ਰਹੇ ਹਨ, ਪਰ ਤਾੜਨਾ ਵਾਲੇ ਇਸ ਹੁਕਮ ਪ੍ਰਤੀ ਕੋਈ ਮਤਭੇਦ ਨਹੀਂ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਪਹਿਲੀ ਸਤਰ ਵਿੱਚ ਦਸ਼ਮੇਸ਼ ਜੀ ਨੇ ਇਹ ਸ਼ਰਤ ਲਾ ਦਿੱਤੀ ਹੈ ਕਿ ਤੇਜ ਪ੍ਰਤਾਪ ਸਿਰਫ ਉਨਾ ਚਿਰ ਹੀ ਬਣਿਆ ਰਹੇਗਾ ਜਿੰਨਾ ਚਿਰ ਖਾਲਸਾ ਗੁਰੂ ਦੇ ਬਖਸ਼ੇ ਨਿਆਰੇ ਆਚਰਨ ਵਾਲੇ ਸਿਧਾਂਤ ਨੂੰ ਸਾਂਭੀ ਰੱਖ ਕੇ ਆਪਣੀ ਨਿਆਰੀ ਡਿੱਠ ਬਣਾਈ ਰੱਖੇਗਾ। ਸਿਰਫ ਨਿਆਰੇ ਬਾਣੇ ਦਾ ਕੀ ਮੁੱਲ? ਨਿਆਰਾ ਸੋਚ ਆਚਾਰ ਅਤੇ ਬਾਣਾ ਦੋਵੇਂ ਜ਼ਰੂਰੀ ਸਨ। ਇਸ ਦਾ ਸਪਸ਼ਟ ਅਰਥ ਇਹ ਹੈ ਕਿ ਜੇ ਖਾਲਸਾ ਸੋਚ ਆਚਾਰ ਵਾਲਾ ਆਪਣਾ ਨਿਆਰਾ ਸਿਧਾਂਤ ਗੁਆ ਬੈਠੇ ਤਾਂ ਤੇਜ ਪ੍ਰਤਾਪ ਅਲੋਪ ਹੁੰਦਿਆਂ ਵੀ ਕੋਈ ਚਿਰ ਨਹੀਂ ਲੱਗਣਾ। ਅਗਲੀ ਸਤਰ ਵਿੱਚ ਬੜੀ ਭਿਆਨਕ ਸਜ਼ਾ ਦਿੱਤੇ ਜਾਣ ਦਾ ਜ਼ਿਕਰ ਹੈ। ਹੇ ਖਾਲਸਾ ਜੀ, ਜੇ ਤੂੰ ਵਿਪਰ ਰੀਤੀ ਦਾ ਧਾਰਨੀ ਬਣ ਗਿਆ ਤਾਂ ਮੈਂ ਅੱਗੇ ਤੋਂ ਤੇਰੀ ਪ੍ਰਤੀਤ ਨਹੀਂ ਕਰਨੀ। ਗੁਰਦੇਵ ਜੀ ਦੇ ਇਸ ਫਰਮਾਨ ਨੂੰ ਬੜੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਸੀ। ਜਿਸ ਖਾਲਸੇ ਨੂੰ ਸੱਜਣ ਸੂਰਾ ਅਤੇ ਸਤਿਗੁਰ ਪੂਰਾ ਆਖ ਕੇ ਇਸ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ ਦੀ ਧੁਰ ਸਿਖਰ ਨੂੰ ਪਾਰ ਕਰ ਲਿਆ ਸੀ, ਫਿਰ ਝਟਪਟ ਹੀ ਉਸੇ ਖਾਲਸੇ ਬਾਰੇ
ਅਜਿਹੇ ਸ਼ੰਕੇ ਵਾਲੇ ਬਚਨ ਕਹਿਣ ਦਾ ਕੀ ਅਰਥ ਸੀ? ਸਾਫ਼ ਸਿੱਧ ਹੋ ਰਿਹਾ ਹੈ ਕਿ ਮਨੁੱਖਤਾ ਦੇ ਸ਼ੁਭ ਗੁਣਾਂ ਦਾ ਭੋਗ ਪਾ ਦੇਣ ਦੇ ਕਰਾਮਾਤੀ ਅਸਰ ਵਾਲੀ ਵਿਪਰਨ ਕੀ ਰੀਤ ਤੋਂ ਹੀ ਗੁਰਦੇਵ ਜੀ ਨੂੰ ਗੰਭੀਰ ਖਤਰਾ ਅਨੁਭਵ ਹੋ ਰਿਹਾ ਸੀ। ਹਜ਼ਾਰਾਂ ਸਾਲਾਂ ਤੋਂ ਭਾਰਤੀ ਮਨੁੱਖ ਦੇ ਹਿਰਦੇ ਵਿੱਚ ਘਰ ਕਰ ਚੁੱਕੀ ਵਿਪਰਨ ਕੀ ਰੀਤ ਨੇ ਹੀ ਇਸ ਨੂੰ ਪਸ਼ੂਆਂ ਦੀ ਪੱਧਰ ਤੇ ਲਿਆ ਖੜਾ ਕੀਤਾ ਸੀ। ਨਿਆਰਾ ਮਨੁੱਖ ਬਣਾਉਣ ਵਾਸਤੇ ਉਸ ਵਿਪਰੀਤੀ ਦੇ ਸੰਸਕਾਰਾਂ ਨੂੰ ਮਿਟਾਉਣਾ ਬੜਾ ਜ਼ਰੂਰੀ ਸਮਝਿਆ ਗਿਆ ਸੀ। ਇਹ ਕੰਮ ਏਡਾ ਕਠਿਨ ਸੀ ਕਿ ਇਸ ਨੂੰ ਪੂਰਾ ਕਰਨ ਵਾਸਤੇ ਬੇਅੰਤ ਕੁਰਬਾਨੀਆਂ ਅਤੇ ਜੋਖਮ ਭਰੇ ਸੈਂਕੜੇ ਸਾਲ ਖਰਚ ਕਰਨੇ ਪਏ ਸਨ। ਖਾਲਸੇ ਨੂੰ ਜਿਸ ਸਦੀਵੀ ਗੁਰੂ ਦੇ ਲੜ ਲਾਇਆ ਜਾਣਾ ਸੀ, ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਮੰਤਰ ਦੇ ਪਹਿਲੇ ਅੱਖਰ ਇੱਕ ਤੋਂ ਬ੍ਰਾਹਮਣੀ ਰੀਤ ਦਾ ਖੰਡਨ ਆਰੰਭ ਹੋ ਜਾਂਦਾ ਹੈ। ਫਿਰ ਜਪਜੀ ਸਾਹਿਬ ਦੇ ਪਹਿਲੇ ਸ਼ਬਦ ਸੋਚੈ ਤੋਂ ਵੀ ਇਸੇ ਖਤਰਨਾਕ ਰੀਤ ਦੀ ਖੰਡਣਾ ਆਰੰਭ ਹੋ ਜਾਣ ਤੋਂ ਇਸ ਬ੍ਰਾਹਮਣੀ ਰੀਤ ਦੀ ਗੰਭੀਰਤਾ ਦਾ ਸਪਸ਼ਟ ਸੰਕੇਤ ਮਿਲ ਰਿਹਾ ਹੈ। ਗੁਰੂ ਨਾਨਕ ਨਿਰੰਕਾਰੀ ਨੇ ਪ੍ਰਥਮ ਸਰੂਪ ਦੇ ਸਮੇਂ ਤੋਂ ਹੀ ਸਮਝ ਲਿਆ ਸੀ ਕਿ ਖਾਲਸੇ ਦੀ ਹਸਤੀ ਨੂੰ ਕੇਵਲ ਮਾਤਰ ਖਤਰਾ ਬ੍ਰਾਹਮਣੀ ਰੀਤ ਤੋਂ ਹੀ ਹੈ। ਗੁਰੂ ਦੇ ਅਥਾਹ ਵਿਸ਼ਵਾਸ ਦੀ ਪਰਵਾਹ ਨਾ ਕਰਦਾ ਹੋਇਆ ਜੇ ਇਹ ਖਾਲਸਾ ਵਿਪਰਨ ਕੀ ਰੀਤ ਦਾ ਧਾਰਨੀ ਬਣ ਜਾਵੇ ਤਾਂ ਇਸ ਤੋਂ ਵੱਡਾ ਵਿਸ਼ਵਾਸਘਾਤ ਕੀ ਹੋ ਸਕਦਾ ਹੈ? ਇਸ ਤੋਂ ਵੱਧ ਭੈੜੀ ਬੇਪਰਤੀਤੀ ਹੋਰ ਕਿਹੜੀ ਹੋ ਸਕਦੀ ਸੀ? ਖਾਲਸੇ ਪ੍ਰਤੀ ਅਥਾਹ ਸ਼ਰਧਾ ਅਤੇ ਪਿਆਰ ਦੀ ਹੀ ਨਿਸ਼ਾਨੀ ਹੈ ਕਿ ਗੁਰਦੇਵ ਜੀ ਨੇ ਇਹ ਕੌੜਾ ਸੱਚ ਸਪਸ਼ਟ ਸ਼ਬਦਾਂ ਵਿੱਚ ਕਹਿ ਕੇ ਆਪਣੇ ਨਵ ਜਨਮੇ ਸੁਪੁੱਤਰ ਨੂੰ ਸਦਾ ਵਾਸਤੇ ਸੁਚੇਤ ਰੱਖਣ ਦੀ ਸਦਰ ਦਾ ਪ੍ਰਗਟਾਵਾ ਕੀਤਾ ਸੀ। ਗੁਰੂ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਬਣ ਜਾਣ ਦਾ ਅਰਥ ਹੈ ਕਿ ਗੁਰੂ ਨੂੰ ਇੱਕ ਅਜਿਹਾ ਬੇਦਾਵਾ ਲਿਖ ਕੇ ਦੇ ਦੇਣਾ ਜੋ ਮੁੜ ਕਦੇ ਵੀ ਪੜਵਾਇਆ ਨਾ ਜਾ ਸਕੇ, ਕਿਉਂਕਿ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਸੁਖਮਨੀ ਸਾਹਿਬ ਪੰਨਾ 268। ਬੇਪਰਤੀਤੇ ਮਨੁੱਖ ਦੇ ਨੇੜੇ ਕੌਣ ਟੁਕਦਾ ਹੈ? ਪਿਰਥੀ ਚੰਦ, ਧੀਰ ਮੱਲ, ਰਾਮ ਰਾਏ ਆਦਿ ਜਨਮੇ ਤਾਂ ਗੁਰ ਪਰਿਵਾਰਾਂ ਵਿੱਚ ਸਨ, ਪਰ ਪ੍ਰਤੀਤ ਗਵਾ ਬੈਠੇ ਤਾਂ ਸਦਾ ਵਾਸਤੇ ਛੇਕੇ ਗਏ। ਗੁਰੂ ਦੀਆਂ ਨਜ਼ਰਾਂ ਵਿੱਚ ਜਿਸ ਨੇ ਪ੍ਰਤੀਤ ਬਣਾ ਲਈ ਉਹ ਲਹਿਣੇ ਤੋਂ ਗੁਰੂ ਅੰਗਦ ਬਣ ਗਿਆ। ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਭ ਨੇ ਆਪਣੇ ਗੁਰੂ ਦੀਆਂ ਨਜ਼ਰਾਂ ਵਿੱਚ ਆਪਣੀ ਪ੍ਰਤੀਤ ਹੀ ਤਾਂ ਬਣਾ ਲਈ ਹੋਈ ਸੀ। ਖਾਲਸੇ ਨੇ ਵੀ ਜਦ ਗੁਰੂ ਦੀਆਂ ਨਜ਼ਰਾਂ ਵਿੱਚ ਪ੍ਰਤੀਤ ਬਣਾ ਲਈ ਤਾਂ ਸੱਜਣ ਸੂਰਾ ਅਤੇ ਸਤਿਗੁਰ ਪੂਰਾ ਬਣ ਗਿਆ। ਮਹਾਨ ਕੋਸ਼ ਦੇ 799 ਸਫ਼ੇ ਤੇ ਕਿਸੇ ਵਿਦਵਾਨ ਦੀ ਲਿਖੀ ਕਵਿਤਾ ਦਾ ਬੰਦ ਹੈ, ਜਿਸ ਦਾ ਸੰਖੇਪ ਭਾਵ ਇਹ ਹੈ ਕਿ ਪਰਮਾਤਮਾ ਦੇ ਪ੍ਰਗਟ ਸਰੂਪ ਦੇ ਦੀਦਾਰੇ ਸਿਰਫ ਪ੍ਰਤੀਤ ਬਣਾ ਲੈਣ ਨਾਲ ਹੀ ਹੋ ਸਕਦੇ ਹਨ। ਵਿਖਾਵੇ ਵਾਲੇ ਹੋਰ ਸਾਰੇ ਯਤਨ ਨਿਸਫਲ ਹਨ। ਕਥਾ ਮੇਂ ਨਾ ਕੰਥ ਮੇਂ ਨਾ ਤੀਰਥ ਕੇ ਪੰਥਾ ਮੇਂ ਨਾ पोथी में न पाथ में न साथ की बसीत में जटा में न मुंडन तिलक तिर पुंडन में नदी कूप कुंडन अन्यान दान रीत में पाठ मठ मंडल न कुंडल कमंडल में माया देह में न देह देहुरा मसीत में आप ही अपार पारावार प्रभु पूर रहियो पाइए प्रगट परमेश्वर प्रतीत में। प्रभु दे दरबार विच सिर्फ ਪ੍ਰਤੀਤ ਦੀ ਹੀ ਕਦਰ ਹੈ। ਸਾਰੇ ਜਪ ਤਪ ਆਦ ਸਿਰਫ ਉਸ ਦੀਆਂ ਨਜ਼ਰਾਂ ਵਿੱਚ ਪ੍ਰਤੀਤ ਬਣਾ ਲੈਣ ਦੇ ਹੀ ਯਤਨ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰਤੀਤ ਸ਼ਬਦ ਦੀ ਵਰਤੋਂ ਦਾ ਬੇਅੰਤ ਵਾਰੀ ਹੋਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰਦੇਵ ਜੀ ਪ੍ਰਤੀਤ ਗੁਣ ਨੂੰ ਬਹੁਤ ਮਹੱਤਤਾ ਦਿੰਦੇ ਸਨ। ਕੁਝ ਮਹਾਵਾਕ ਇਸ ਪ੍ਰਕਾਰ ਹਨ। ਨੰਬਰ 1, ਮੁੰਦਾ ਸੰਤੋਖ ਸ਼ਰਮ ਪਤ ਝੋਲੀ ध्यान की करें बेभूत खिंथा काल कुआरी काया जुगत डंडा प्रतीत। जपजी साहब प्रभ अपने का भया बिसास जियो पिंड सब तिसकी रास नानक को उपजी प्रतीत मनमुख हार गुरमुख सद जीत। पन्ना 867। दृढ़ कर मानै मने प्रतीत काल न आवे मूढ़े चीत। पन्ना 267। जाके मन गुर की प्रतीत तिस जन आवे हर प्रभ चीत। पन्ना 283। ठाकुर के सेवक कै मन प्रतीत ठाकुर के सेवक की निर्मल रीत। पन्ना 285।
कहत कबीर सुनो रे लोई, अब तुमरी प्रतीत न होई। पन्ना 484। जिस प्रतीत न आवई, भाई सो जियड़ा जल जाओ। पन्ना 640। जिनको मन की प्रतीत नाही, नानक से क्या कथें ज्ञान है। पन्ना 647। अंतर अज्ञान भई मत मध्यम, सतगुर की प्रतीत नाही। पन्ना 652। पराई बखीली करें अपनी प्रतीत खोवण, सगवा भी आप लखाहें। पन्ना 852। ਪ੍ਰਤੀਤ ਬਣਾ ਲੈਣ ਤੋਂ ਬਿਨਾਂ ਪ੍ਰਭੂ ਦੇ ਜਾਂ ਗੁਰੂ ਦੇ ਦਰਬਾਰ ਵਿੱਚ ਢੋਈ ਨਹੀਂ ਮਿਲਦੀ। ਬਾਣੀਆਂ ਦਾ ਨਿਤਨੇਮੀ, ਸਿੱਖੀ ਬਾਣੇ ਦਾ ਧਾਰਨੀ ਅਤੇ ਅੰਮ੍ਰਿਤਧਾਰੀ ਸਿੰਘ ਵੀ ਜੇ ਵਿਪਰਨ ਕੀ ਰੀਤ ਦਾ ਧਾਰਨੀ ਹੈ ਤਾਂ ਉਹ ਵੀ ਗੁਰੂ ਦੀਆਂ ਨਜ਼ਰਾਂ ਵਿੱਚ ਬੇਪ੍ਰਤੀਤਾ ਹੀ ਹੈ। ਵਿਪਰਨ ਕੀ ਰੀਤ ਦਾ ਧਾਰਨੀ ਸਿੱਖ ਲੋਕ ਪਰਲੋਕ ਦੋਵੇਂ ਥਾਂ ਗਵਾ ਲੈਂਦਾ ਹੈ। ਨੰਬਰ 1, ਇਹ ਵਿਪਰ ਕੌਣ ਹੈ। ਨੰਬਰ 2, ਅਤੇ ਉਸ ਦੀ ਉਹ ਚੰਦਰੀ ਰੀਤ ਕਿਹੜੀ ਹੈ। ਇਹਨਾਂ ਦੋ ਗੰਭੀਰ ਪ੍ਰਸ਼ਨਾਂ ਦੇ ਉੱਤਰਾਂ ਦੀ ਸੋਝੀ ਸਿੱਖ ਜਗਤ ਦੇ ਹਰ ਬੱਚੇ ਬੱਚੀ ਨੂੰ ਹੋਣੀ ਚਾਹੀਦੀ ਸੀ, ਤਾਂ ਜੋ ਗੁਰੂ ਦੀਆਂ ਨਜ਼ਰਾਂ ਵਿੱਚੋਂ ਡਿਗਾ ਕੇ ਬੇਪ੍ਰਤੀਤਾ ਬਣਾ ਦੇਣ ਵਾਲੀ ਇਸ ਭੈੜੀ ਅਤੇ ਸਰਬਨਾਸ਼ਕ ਰੀਤ ਤੋਂ ਬਚਿਆ ਜਾ ਸਕਦਾ। ਅਜਿਹੀ ਖਬਰਦਾਰੀ ਰੱਖਣ ਲਈ ਹਿਰਦੇ ਵਿੱਚ ਆਪਣੇ ਗੁਰੂ ਪ੍ਰਤੀ ਅਥਾਹ ਸ਼ਰਧਾ ਹੋਣ ਦੀ ਲੋੜ ਸੀ ਅਤੇ ਸਾਡੇ ਮਨਾਂ ਦੇ ਵਿੱਚ ਇਸ ਗੱਲ ਦਾ ਗੰਭੀਰ ਤੌਖਲਾ ਰਹਿਣ ਦੀ ਲੋੜ ਸੀ ਕਿ ਕਿਸੇ ਕਾਰਨ ਵੀ ਅਸੀਂ ਉਸ ਨਿਰਾਲੇ ਗੁਰੂ ਦਾ ਵਿਸ਼ਵਾਸ ਨਾ ਗੁਆ ਬੈਠੀਏ ਜਿਸ ਨੇ ਸਾਡੀ ਕਾਇਆ ਕਲਪ ਕਰਕੇ ਘੱਟੇ ਮਿੱਟੀ ਵਿੱਚ ਰੁਲਦਿਆਂ ਨੂੰ ਸਾਨੂੰ ਸਰਦਾਰ ਬਣਾ ਦਿੱਤਾ ਸੀ, ਪਰ ਜੋ ਦੇਖਣ ਵਿੱਚ ਆ ਰਿਹਾ ਹੈ ਉਹ ਬੜਾ ਨਿਰਾਸ਼ਾਜਨਕ ਹੈ। ਉੱਪਰ ਲਿਖੀ ਕਲਗੀਧਰ ਜੀ ਦੀ ਤਾੜਨਾ ਸੈਂਕੜੇ ਸਾਲਾਂ ਤੋਂ ਲਗਭਗ ਸਾਰਿਆਂ ਗੁਰੂ ਘਰਾਂ ਵਿੱਚ ਸੁਣੀ ਅਤੇ ਸੁਣਾਈ ਜਾ ਰਹੀ ਹੈ। ਲੱਗਦਾ ਇਉਂ ਹੈ ਕਿ ਜਿਵੇਂ ਸਿੱਖਾਂ ਦੀ ਬਹੁ ਗਿਣਤੀ ਸਮਝੀ ਇਹ ਬੈਠੀ ਹੈ ਕਿ ਅਵਲ ਤਾਂ ਤਾੜਨਾ ਵਾਲੇ ਇਹ ਬਚਨ ਕਲਗੀਧਰ ਜੀ ਦੇ ਨਹੀਂ, ਸਗੋਂ ਕਿਸੇ ਐਰੇ ਗੈਰੇ ਨੇ ਕਹੇ ਹਨ, ਅਤੇ ਜੇ ਉਹਨਾਂ ਕਿਹਾ ਵੀ ਹੋਵੇਗਾ ਤਾਂ ਵੀ ਦਸ਼ਮੇਸ਼ ਜੀ ਕਿਹੜੇ ਹੁਣ ਆਪ ਆ ਕੇ ਸਾਨੂੰ ਕੁਝ ਕਹਿਣ ਲੱਗੇ ਹਨ। ਕਲਗੀਧਰ ਜੀ ਨੇ ਜਿਸ ਨੂੰ ਗੱਦੀ ਦੇ ਕੇ ਗੁਰੂ ਮੰਨਣ ਦਾ ਹੁਕਮ ਦਿੱਤਾ ਸੀ, ਉਸ ਵਿਚਾਰੇ ਗੁਰੂ ਗ੍ਰੰਥ ਸਾਹਿਬ ਦਾ ਕੀ ਹੈ। ਉਸ ਦੀ ਬਾਣੀ ਦੀ ਪਰਵਾਹ ਭਲਾ ਕੌਣ ਕਰਦਾ ਹੈ। ਭਾਈ ਤਾਂ ਆਪ ਵੀ ਬਾਣੀ ਦਾ ਭਾਵ ਨਹੀਂ ਜਾਣਦੇ ਅਤੇ ਦੱਸਦੇ ਹਨ ਕਿ ਪਾਠ ਕਰਵਾ ਲੈਣ ਨਾਲ ਹੀ ਬੇੜੇ ਪਾਰ ਹੋ ਜਾਂਦੇ ਹਨ। ਬਾਣੀ ਨੂੰ ਸੁਣ ਕੇ ਸਮਝਣ ਦੀ ਲੋੜ ਦੀ ਗੱਲ ਤਾਂ ਐਵੇਂ ਸੁਪਨੇ ਮਾਤਰ ਹੀ ਸੁਣੀ ਹੋਵੇਗੀ। ਭਾਈਆਂ ਅਥਵਾ ਪਾਠੀਆਂ ਨੇ ਤਾਂ ਬਾਣੀ ਨੂੰ ਵਪਾਰ ਅਥਵਾ ਮਾਇਆ ਦੀ ਲੁੱਟ ਮਚਾਉਣ ਦਾ ਸਾਧਨ ਹੀ ਮਿਥ ਲਿਆ ਹੋਇਆ ਹੈ। ਵਿਧੀ ਨਾਲ ਪਾਠ ਕਰਕੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੇਣ ਦੇ ਲਾਰਿਆਂ ਨਾਲ ਮਨ ਆਈ ਠੱਗੀ ਮਾਰਨ ਲਈ ਗੁਰਦੇਵ ਜੀ ਦੇ ਸਰੂਪ ਨੂੰ ਸਾਈਕਲਾਂ ਦੇ ਪਿੱਛੇ ਬੰਨ੍ਹ ਕੇ ਪਿੰਡੋ ਪਿੰਡ ਤੁਹੀ ਫਿਰਦੇ ਹਨ ਤੇ ਮੌਜਾਂ ਨਾਲ ਜਾਇਦਾਦਾਂ ਖਰੀਦੀ ਜਾ ਰਹੇ ਹਨ। ਕਮੇਟੀ ਦੇ ਦਖਲ ਦੇ ਟੈਂਟੇ ਤੋਂ ਤੰਗ ਪੈ ਕੇ ਕਈਆਂ ਨੇ ਗੁਰੂ ਮਹਾਰਾਜ ਦਾ ਸਰੂਪ ਘਰ ਹੀ ਲਿਆ ਰੱਖਿਆ ਹੈ ਅਤੇ ਮਨ ਘੜਤ ਸਾਖੀਆਂ ਸੁਣਾ ਕੇ ਕਹਿ ਰਹੇ ਹੁੰਦੇ ਹਨ ਕਿ ਮਨ ਇੱਛੇ ਫਲਾਂ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇ ਪਾਠ ਉਹਨਾਂ ਵੱਲੋਂ ਮਿਥੀ ਹੋਈ ਵਿਧੀ ਨਾਲ ਕਰਾਇਆ ਜਾਵੇ। ਮਾਇਆ ਦੇ ਮੋਹ ਵਿੱਚ ਅੰਨੇ ਹੋਏ ਅਜਿਹੇ ਲੋਕ ਫਿਰ ਹੋਰ ਵੀ ਨੀਚਤਾ ਵਾਲਾ ਝੂਠ ਬੋਲਣ ਤੋਂ ਵੀ ਨਹੀਂ ਸੰਗਦੇ ਕਿ ਉਸ ਫਲਦਾਇਕ ਵਿਧੀ ਦੀ ਬਖਸ਼ਿਸ਼ ਸਤਿਗੁਰਾਂ ਨੇ ਸਿਰਫ ਉਹਨਾਂ ਨੂੰ ਹੀ ਕੀਤੀ ਹੈ। ਇਹਨਾਂ ਨਰਮੂਲ ਲਾਰਿਆਂ ਨਾਲ ਵੱਧ ਤੋਂ ਵੱਧ ਗਾਹਕ ਫਸਾਉਣ ਦੀ ਦੌੜ ਆਰੰਭੀ ਹੋਈ ਹੈ। ਗੁਰੂ ਜੀ ਦਿਆਂ ਲਾਲਾਂ ਨੇ ਗੁਰੂ ਮਹਾਰਾਜ ਦੇ ਹੁਕਮਨਾਮਿਆਂ ਦਾ ਚੰਗਾ ਜਾਂ ਮਾੜਾ ਹੋਣ ਦੇ ਭਰਮ ਪਾ ਕੇ ਖਾਸ ਮੁੱਖ ਵਾਕ ਆਪ ਹੀ ਕੱਢ ਕੇ ਸੁਣਾ ਕੇ ਵਧਾਈਆਂ ਦੇਣ ਲੱਗ ਪੈਂਦੇ ਹਨ ਕਿ ਗੁਰੂ ਮਹਾਰਾਜ ਨੇ ਕੰਮ ਫਤਿਹ ਕਰ ਦਿੱਤਾ ਹੈ। ਗੁਰੂ ਮਹਾਰਾਜ ਨੇ ਬਹੁਤ ਸੋਹਣੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਅਜਿਹਾ ਅਨਰਥ ਕਰਦੇ ਹੋਏ ਗੁਰੂ ਮਹਾਰਾਜ ਦੇ ਸਰੂਪ ਨਾਲ ਹੀ ਠੱਗੀ ਮਾਰਨੋਂ ਨਹੀਂ ਝਿਜਕਦੇ। ਪੰਜਾਬ ਦੇ ਪਿੰਡਾਂ ਵਿੱਚ ਅਜਿਹੇ ਸਿੱਖ ਵੀਰਾਂ ਦੇ ਘਰੀਂ ਅਖੰਡ ਪਾਠ ਦੇ ਭੋਗ ਸਮਾਗਮਾਂ ਤੇ ਜਾਣ ਦਾ ਮੌਕਾ ਮਿਲਦਾ ਰਿਹਾ ਹੈ, ਜਿੱਥੇ ਪਾਠ ਵਾਲੇ ਕੋਠੇ ਦੇ ਨੇੜੇ ਹੀ ਸ਼ਰਾਬ ਕੱਢਣ ਦੀਆਂ ਭੱਠੀਆਂ ਚੱਲ ਰਹੀਆਂ ਹੁੰਦੀਆਂ ਹਨ। ਪੁੱਛਣ ਤੇ ਅੱਗੋਂ ਉੱਤਰ ਇਹ ਮਿਲਦਾ ਸੀ ਕਿ ਗੁਰੂ ਆਪਣੇ ਸੇਵਕਾਂ ਦੇ ਪਰਦੇ ਆਪ ਢੱਕਦਾ ਹੈ। ਉਸ ਨੇ ਆਪ ਤਾਂ ਕਹਿਣਾ ਹੀ ਕੀ ਹੈ, ਸਗੋਂ ਜੇ ਪਾਠ ਚੱਲ ਰਿਹਾ ਹੋਵੇ
ਤਾਂ ਪੁਲਿਸ ਵੀ ਵਿਹੜੇ ਨਹੀਂ ਵੜਦੀ। ਨਿਸੰਗ ਹੋ ਕੇ ਪੀਪੇ ਭਰ ਭਰ ਕੇ ਸ਼ਰਾਬ ਕੱਢੀ ਦੀ ਹੈ ਅਤੇ ਭੋਗ ਵਾਲੇ ਦਿਨ ਸ਼ਰਾਬ ਦੇ ਪਰਨਾਲੇ ਵਗਾ ਕੇ ਬਰਾਦਰੀ ਵਿੱਚ ਠੁੱਕ ਬੰਨ੍ਹ ਲਈਦੀ ਹੈ। ਬਾਬਾ ਵੀ ਰਾਜ਼ੀ ਅਤੇ ਆਪਣੀ ਵੀ ਵਾਹ-ਵਾਹ ਹੋ ਜਾਂਦੀ ਹੈ। ਨਾਲੇ ਪੁੰਨ ਨਾਲੇ ਫਲੀਆਂ। ਨਿੱਕੀਆਂ ਜਾਂ ਵੱਡੀਆਂ ਕਮੇਟੀਆਂ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਘਰਾਂ ਦੀਆਂ ਸਟੇਜਾਂ ਤੇ ਅਥਵਾ ਦੀਵਾਨ ਹਾਲਾਂ ਵਿੱਚ ਮਨ ਆਈਆਂ ਖਰਮਸਤੀਆਂ ਕਰੀਏ, ਆਪਸ ਵਿੱਚ ਗਾਲੋ ਗਾਲੀ, ਕਸੁੰਨੋ ਕਸੁੰਨੀ, ਕੇਸੋ ਕੇਸੀ, ਚਾਕੂਆਂ ਤੋਂ ਅਗਾਂਹ ਟੱਪ ਕੇ ਤਲਵਾਰਾਂ ਕੱਢ ਲਈਏ ਅਤੇ ਫਿਰ ਛਡਵਾਉਣ ਅਥਵਾ ਕਾਬੂ ਕਰਕੇ ਅੰਦਰ ਦੇਣ ਲਈ ਜੁੱਤੀਆਂ ਸਮੇਤ ਪੁਲਿਸ ਅੰਦਰੇ ਆ ਵੜੇ, ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰੀਏ, ਪੰਥਕ ਰਹਿਤ ਮਰਜ਼ਾਦਾ ਦੀਆਂ ਧੱਜੀਆਂ ਉਡਾਈਏ, ਗੱਲ ਕੀ ਜੋ ਉਪੱਦਰ ਮਰਜ਼ੀ ਹੈ ਕਰੀਏ, ਇਸ ਗੁਰੂ ਗ੍ਰੰਥ ਸਾਹਿਬ ਨੇ ਕਿਹੜਾ ਕੁਝ ਕਹਿਣਾ ਹੁੰਦਾ ਹੈ। ਸਟੇਜਾਂ ਉੱਤੇ ਗੁਰੂ ਜੀ ਨੂੰ ਹਾਜ਼ਰਾ ਹਜ਼ੂਰ, ਜ਼ਹਰਾ ਜ਼ਹੂਰ, ਸਰਬ ਕਲਾ ਭਰਪੂਰ ਆਦਿ ਸ਼ਬਦ ਸਿਰਫ ਲੋਕਾਂ ਨੂੰ ਭਰਮਾਉਣ ਲਈ ਹੁੰਦੇ ਹਨ। ਗੁਰੂ ਜੀ ਨੇ ਉਹੀ ਕੁਝ ਦਿਲੋਂ ਮੰਨਿਆ ਜਾਵੇ ਤਾਂ ਗੁਰੂ ਦੀ ਸਟੇਜ ਨੂੰ ਆਪਣੀ ਮਾਲਕੀ ਸਮਝ ਕੇ ਮਨ ਆਈਆਂ ਕਰਨ ਦੀ ਭੁੱਲ ਕਦੇ ਨਾ ਹੋਵੇ। ਫਿਰ ਅਜਿਹੇ ਕਮੇਟੀ ਵਾਲਿਆਂ ਦੀ ਚੋਣ ਤਾਂ ਹੈ ਹੀ ਸਾਡੇ ਹੱਥ ਵਿੱਚ। ਆਪਣੇ ਵੋਟਰਾਂ ਨੂੰ ਭਲਾ ਕੌਣ ਨਾਰਾਜ਼ ਕਰਦਾ ਹੈ। ਆਪਣੇ ਧੜੇ ਦਾ ਪ੍ਰਧਾਨ ਚੁਣਨ ਦਾ ਕੀ ਲਾਭ। ਹੁਣ ਤਾਂ ਸ਼ਰਾਬਾਂ ਨਾਲ ਲੇੜ ਕੇ ਗੁਰੂ ਕਾ ਲੰਗਰ ਛਕਣ ਲੱਗੇ, ਭਾਵੇਂ ਉੱਥੇ ਹੀ ਗਲਾਚ ਦਈਏ, ਕਿਸੇ ਕੀ ਕਹਿਣਾ ਹੈ। ਸਈਆਂ ਪਏ ਕੁਤਵਾਲ ਅਬ ਡਰ ਕਾਹੇ ਕਾ, ਕਿਸੇ ਸਾਧ ਸੰਤ ਜਾਂ ਕਿਸੇ ਡੇਰੇ ਡਰ ਦਾ ਭੈ ਮੰਨ ਲਿਆ ਜਾਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਡਰ ਤੇ ਅਦਬ ਖਤਮ ਦੇ ਬਰਾਬਰ ਅਨੁਭਵ ਹੋ ਰਿਹਾ ਹੁੰਦਾ ਹੈ। ਇਸ ਤਰ੍ਹਾਂ ਦੇ ਵਿਚਾਰ ਸਾਰੇ ਜਗਤ ਪ੍ਰਤੀ ਬਣਾ ਲੈਣੇ ਪਾਪ ਹੋਵੇਗਾ। ਅਜਿਹੇ ਗੁਰਮੁਖਾਂ ਦੇ ਦਰਸ਼ਨ ਵੀ ਹੋ ਜਾਂਦੇ ਹਨ ਜੋ ਇਸ ਨਰਾਲੇ ਸ਼ਬਦ ਗੁਰੂ ਵਿੱਚੋਂ ਦਸਾਂ ਗੁਰੂ ਸਾਹਿਬਾਨ ਦੇ ਸਾਖਸ਼ਾਤ ਦਰਸ਼ਨ ਕਰਦੇ ਹਨ, ਜਿਹੜੇ ਸਮਝਦੇ ਹਨ ਕਿ ਇਹ ਲਾਸਾਨੀ ਗੁਰੂ ਸਰਬਕਾਲੀ, ਸਰਬਥਾਨੀ, ਸਰਬ ਗੁਣਾ ਭਰਪੂਰ ਅਤੇ ਸਰਬ ਸਾਂਝੇ ਉਪਦੇਸ਼ ਰੂਪੀ ਰਤਨਾਂ ਦਾ ਅਥਾਹ ਸਾਗਰ ਹੈ। ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਕਥਨ ਇਉਂ ਹੈ। ਗ੍ਰੰਥ ਜਹਾਜ਼ ਸੋ ਭੌਜਲ ਕੋ ਤਰ ਜਾਤ ਸੁਖੈਨ ਜਿਨੀ ਚਿਤ ਲਾਇਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਪੰਚਮ ਪਾਤਸ਼ਾਹ ਜੀ ਨੇ ਇਸ ਅਨੂਪਮ ਗੁਰੂ ਬਾਰੇ ਜੋ ਫਰਮਾਨ ਕੀਤੇ ਸਨ, ਕਵੀ ਸੰਤੋਖ ਸਿੰਘ ਜੀ ਨੇ ਇਹਨਾਂ ਸ਼ਬਦਾਂ ਵਿੱਚ ਅੰਕਿਤ ਕੀਤੇ ਹਨ। ਸ੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾ ਦਰਸੇ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾ ਰਹੇ ਹੈ। ਮੇਰੇ ਸਰੂਪ ਤੇ ਜਾਣਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਜੋ ਸਰਬੋਤਮ ਜੋ ਸਰਬਾਸ਼ੈ ਤਾਹੀ ਕੇ ਨਾਮ ਇसी में है गाए। नाम सो नामी को भेद नहीं ਇਹ ਮੂਰਤ ਸ੍ਰੀ ਕਰਤਾਰ ਸੁਹਾਏ। ਗੁਰੂ ਗ੍ਰੰਥ ਸਾਹਿਬ ਦੇ ਮਹਾਨ ਗਿਆਨ ਦੀ ਅਗਵਾਈ ਵਿੱਚ ਰਹਿ ਕੇ ਆਪਣੇ ਸੋਚ ਆਚਾਰ ਨੂੰ ਸੰਭਾਲੀ ਰੱਖਣਾ ਸੀ। ਗੁਰਦੇਵ ਜੀ ਦੀ ਬਾਣੀ ਤੋਂ ਸੂਝ ਲੈਂਦੇ ਰਹਿਣਾ ਸੀ ਕਿ ਵਿਪਰ ਕੌਣ ਹੈ ਅਤੇ ਉਸ ਦੀ ਉਹ ਕਿਹੜੀ ਰੀਤ ਹੈ ਜਿਸ ਦੇ ਕਾਰਨ ਖਾਲਸੇ ਦੀ ਨਿਆਰੀ ਹਸਤੀ ਨੂੰ ਦਾਗ ਲੱਗ ਜਾਣਾ ਸੀ। ਗੁਰਦੇਵ ਜੀ ਦੇ ਇਹ ਬਚਨ ਕਿ ਜੇ ਖਾਲਸਾ ਨਿਆਰਾ ਰਿਹਾ ਤਾਂ ਇਸ ਨੂੰ ਸਾਰੇ ਦੇ ਸਾਰੇ ਤੇਜ ਪ੍ਰਤਾਪ ਦਾ ਮਾਲਕ ਬਣਾ ਦਿਆਂਗਾ। ਸੱਚੇ ਸਿੱਧ ਹੁੰਦੇ ਕੁੱਲ ਸੰਸਾਰ ਨੇ ਦੇਖ ਲਏ ਸਨ। ਗਿਣਤੀ ਦੇ ਲਿਹਾਜ਼ ਨਾਲ ਹਿੰਦ ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਸੀ। ਫਿਰ ਵੀ ਖਾਲਸੇ ਨੇ ਜੰਮੂ ਕਸ਼ਮੀਰ ਸਮੇਤ ਸਤਲੁਜ ਤੋਂ ਤੁਰ ਕੇ ਅਫਗਾਨਿਸਤਾਨ ਤੱਕ ਦੇ ਵਿਸ਼ਾਲ ਇਲਾਕੇ ਵਿੱਚ ਬੜਾ ਸ਼ਕਤੀਸ਼ਾਲੀ ਰਾਜ ਸਥਾਪਿਤ ਕਰ ਲਿਆ ਸੀ। ਅੰਗਰੇਜ਼ਾਂ ਨੇ ਅਜਿਹੀ ਸ਼ਕਤੀ ਨਾਲ ਹਿੰਦ ਤੇ ਹਮਲਾ ਕੀਤਾ ਕਿ ਸਾਰਾ ਦੇਸ਼ ਉਹਨਾਂ ਦੀ ਤਲਵਾਰ ਅੱਗੇ ਗੋਡੇ ਟੇਕੀ ਗਿਆ ਅਤੇ ਦਿੱਲੀ ਦੇ ਤਖਤ ਦੇ ਮਾਲਕ ਬਣ ਗਏ ਸਨ। ਪਰ ਉਹਨਾਂ ਨੇ ਖਾਲਸਾ ਰਾਜ ਦਾ ਇੰਨਾ ਭੈ ਮੰਨਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿੱਤਰਤਾਈ ਗੰਢਣ ਵਾਸਤੇ ਬਹੁਤ ਕਾਹਲੇ ਸਨ। ਅੰਗਰੇਜ਼ ਹਰ ਸਾਲ ਲੱਖਾਂ ਰੁਪਏ ਦੇ ਤੋਹਫੇ ਖਾਲਸਾ ਦਰਬਾਰ ਵਿੱਚ ਭੇਜਦੇ ਸਨ। ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਖਾਲਸਾ ਜੀ ਨੂੰ ਭੇਟ ਕੀਤਾ ਗਿਆ। ਸ਼ਹਿਨਸ਼ਾਹ ਨਪੋਲੀਅਨ ਦੇ ਰਾਜ ਦਾ ਖਾਤਮਾ ਹੋ ਜਾਣ ਉਪਰੰਤ ਉਸ ਦੇ ਫਰਾਂਸ ਦੇ ਪ੍ਰਸਿੱਧ ਜਰਨੈਲ ਖਾਲਸੇ ਦੀ ਚੜ੍ਹਤ ਦੀਆਂ ਖਬਰਾਂ ਸੁਣ ਕੇ
ਖਾਲਸਾ ਫੌਜ ਦੀ ਸੇਵਾ ਵਾਸਤੇ ਹਾਜ਼ਰ ਆ ਹੋਏ ਸਨ। ਥੋੜੇ ਜਿਹੇ ਸਮੇਂ ਵਿੱਚ ਹੀ ਕਲਗੀਆਂ ਵਾਲੇ ਨੇ ਲਾਵਾਰਸ ਗਰੀਬੜੇ ਪਰ ਉੱਚੇ ਤੇ ਨਿਆਰੇ ਆਚਰਨ ਦੇ ਮਾਲਕ ਨਿਆਰੇ ਖਾਲਸੇ ਨੂੰ ਨਿਆਰਾ ਹੀ ਤੇਜ ਪ੍ਰਤਾਪ ਬਖਸ਼ ਦਿੱਤਾ ਸੀ। ਸਿੱਖ ਨੇ ਭਾਵੇਂ ਗੁਰੂ ਦੀ ਚੇਤਾਵਨੀ ਨੂੰ ਕੋਈ ਮਹੱਤਤਾ ਨਹੀਂ ਸੀ ਦਿੱਤੀ, ਪਰ ਬ੍ਰਾਹਮਣ ਇਸ ਮਹਾਂਵਾਕ ਦਾ ਰੋਜ਼ ਪਾਠ ਕਰਿਆ ਕਰਦਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ। ਬਸ ਸਿਰਫ ਤਬ ਲਗ ਹੀ ਤੇਜ ਪ੍ਰਤਾਪ ਖਾਲਸੇ ਕੋਲ ਰਹਿ ਸਕਣਾ ਹੈ। ਇਸ ਲਈ ਖਾਲਸੇ ਦੇ ਤੇਜ ਪ੍ਰਤਾਪ ਦਾ ਸਦਾ ਲਈ ਭੋਗ ਪਾਉਣ ਲਈ ਇਸ ਨੇ ਦੋ ਕੰਮ ਕਰਨੇ ਜ਼ਰੂਰੀ ਸਮਝੇ। ਨੰਬਰ 1, ਖਾਲਸੇ ਨੂੰ ਨਿਆਰਾ ਬਣਾਈ ਰੱਖਣ ਵਾਲੀ ਗੁਰਮਤ ਦੇ ਨਾਲੋਂ ਤੋੜਨਾ, ਅਤੇ ਨੰਬਰ 2, ਇਸ ਦੇ ਨਿਆਰੇ ਅਤੇ ਉੱਚੇ ਸੁੱਚੇ ਆਚਰਨ ਨੂੰ ਦਾਗੀ ਕਰਨਾ। ਦੋਹਾਂ ਮੰਤਵਾਂ ਨੂੰ ਸਿਰੇ ਚਾੜਨ ਵਾਲੀ ਵਿਪਰਨ ਕੀ ਰੀਤ ਨੂੰ ਸਿੱਖ ਧਰਮ ਵਿੱਚ ਵਾੜ ਦੇਣ ਲਈ ਵਿਪਰ ਨੇ ਲੱਕ ਬੰਨ੍ਹ ਲਿਆ ਹੋਇਆ ਸੀ। ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਭਾਰਤੀ ਜਗਤ ਦੇ ਮੁੱਢਲੇ ਗੁਰੂ ਬ੍ਰਾਹਮਣ ਨੂੰ ਪੂਰਾ ਗਿਆਨ ਸੀ ਕਿ ਕਿਸੇ ਵੀ ਧਰਮ ਗੁਰੂ ਦੇ ਆਚਰਣ ਦਾ ਅਸਰ ਜਨਤਾ ਸਮੂਹਕ ਤੇ ਇੰਨਾ ਛੇਤੀ ਨਹੀਂ ਕਬੂਲਦੀ ਜਿੰਨਾ ਕਿ ਰਾਜ ਮਹਿਲਾਂ ਦੇ ਆਚਰਣ ਦਾ ਅਸਰ ਕਬੂਲਿਆ ਜਾਂਦਾ ਹੈ। ਭਾਰਤ ਵਿੱਚ ਕਈ ਭਗਤ ਜਨ, ਧਰਮ ਗੁਰੂ ਅਤੇ ਕਈ ਸਮਾਜ ਸੁਧਾਰਕ ਹੋਏ। ਗੁਰੂ ਸਾਹਿਬਾਨ ਦੇ ਵੀ 10 ਸਰੂਪ ਹੋਏ, ਪਰ ਦੇਸ਼ ਦੀ ਸਾਰੀ ਜਨਤਾ ਨੇ ਕਿਸੇ ਦਾ ਵੀ ਅਸਰ ਨਹੀਂ ਸੀ ਕਬੂਲਿਆ। ਅੰਗਰੇਜ਼ ਦੇ ਰਾਜ ਵਿੱਚ ਅੰਗਰੇਜ਼ੀ ਜ਼ਬਾਨ ਅਤੇ ਅੰਗਰੇਜ਼ੀ ਪਹਿਰਾਵਾ ਲਗਭਗ ਸਾਰੀ ਜਨਤਾ ਨੇ ਅਜਿਹਾ ਕਬੂਲਿਆ ਕਿ ਫਿਰ ਭੁੱਲ ਨਾ ਸਕੀ। ਅੰਗਰੇਜ਼ ਦੇ ਰਾਜ ਸਮੇਂ ਖੱਦਰ ਦੀ ਪੁਸ਼ਾਕ ਅਤੇ ਗਾਂਧੀ ਟੋਪੀ ਸਿਰਫ ਕਾਂਗਰਸੀ ਹੀ ਪਸੰਦ ਕਰਦੇ ਸਨ, ਪਰ ਜਦ ਪੰਡਿਤ ਨਹਿਰੂ ਦੀ ਸਰਕਾਰ ਬਣੀ ਤਾਂ ਗਾਂਧੀ ਟੋਪੀ, ਨਹਿਰੂ ਜਾਕਟ ਅਤੇ ਖੱਦਰ ਦੀ ਪੁਸ਼ਾਕ ਆਮ ਹੋ ਗਈ ਸੀ। ਬ੍ਰਾਹਮਣ ਸਮਝਦਾ ਸੀ ਜੇ ਪ੍ਰਜਾ ਨੂੰ ਉੱਚੀ ਮਰਯਾਦਾ ਅਤੇ ਸੁੱਚੇ ਆਚਰਨ ਵਾਲੀ ਬਣਾਉਣਾ ਹੋਵੇ ਤਾਂ ਰਾਜ ਦੇ ਤਖਤ ਦਾ ਮਾਲਕ ਮਰਯਾਦਾ ਪੁਰਸ਼ੋਤਮ ਅਤੇ ਬੇਦਾਗ ਆਚਰਨ ਵਾਲਾ ਹੋਣਾ ਚਾਹੀਦਾ ਹੈ। ਜੇ ਪ੍ਰਜਾ ਦੀਆਂ ਨਜ਼ਰਾਂ ਵਿੱਚ ਕਿਸੇ ਕਾਰਨ ਮਹਾਰਾਜੇ ਦੀ ਮਹਾਰਾਣੀ ਦਾ ਚਾਲ ਚਲਨ ਸ਼ੱਕੀ ਹੋ ਜਾਵੇ ਤਾਂ ਪ੍ਰਜਾ ਦੀਆਂ ਇਸਤਰੀਆਂ ਦਾ ਆਚਰਨ ਬੇਦਾਗ ਰੱਖਣ ਵਾਸਤੇ ਮਹਾਰਾਜੇ ਨੂੰ ਚਾਹੀਦਾ ਹੈ ਕਿ ਉਹ ਆਪਣੀ ਮਹਾਰਾਣੀ ਨੂੰ ਤੁਰੰਤ ਰਾਜ ਮਹਿਲਾਂ ਵਿੱਚੋਂ ਕੱਢ ਦੇਵੇ। ਮਹਾਰਾਣੀ ਦਾ ਆਚਰਨ ਮਹਾਰਾਜੇ ਦੀ ਪਰਖ ਵਿੱਚ ਬੇਸ਼ੱਕ ਬੇਦਾਗ ਹੋਵੇ। ਨਿਰਦੋਸ਼ ਮਹਾਰਾਣੀ ਮਹਾਰਾਜੇ ਦੀ ਹੀ ਸੰਤਾਨ ਦੀ ਮਾਂ ਬਣਨ ਵਾਲੀ ਗਰਭਵਤੀ ਵੀ ਕਿਉਂ ਨਾ ਹੋਵੇ, ਪ੍ਰਜਾ ਦੀ ਭਲਾਈ ਨੂੰ ਮੁੱਖ ਰੱਖ ਕੇ ਉਸ ਨੂੰ ਬਨਵਾਸ ਮਿਲ ਜਾਣਾ ਜ਼ਰੂਰੀ ਹੈ। ਰਾਜ ਮਹੱਲਾਂ ਦੇ ਆਚਰਨ ਨੂੰ ਗਿਰਾਵਟ ਤੋਂ ਬਚਾ ਕੇ ਉੱਚਾ ਸੁੱਚਾ ਰੱਖਣ ਵਾਸਤੇ ਮਹਾਰਾਜੇ ਨੂੰ ਕਿਸੇ ਹੋਰ ਇਸਤਰੀ ਵੱਲ ਮੰਦ ਭਾਵਨਾ ਨਾਲ ਕਦੇ ਨਹੀਂ ਵੇਖਣਾ ਚਾਹੀਦਾ, ਅਥਵਾ ਮਹਾਰਾਜੇ ਦਾ ਆਚਰਨ ਹਰ ਪੱਖੋਂ ਬੇਦਾਗ ਹੋਣਾ ਜ਼ਰੂਰੀ ਹੈ। ਬ੍ਰਾਹਮਣ ਦਾ ਤਜਰਬਾ ਸੀ ਕਿ ਪ੍ਰਜਾ ਨੂੰ ਨੇਕ ਬਣਾਈ ਰੱਖਣ ਲਈ ਮਹਾਰਾਜਾ ਧਰਮਾਤਮਾ ਅਤੇ ਅਵਤਾਰੀ ਗੁਣਾਂ ਵਾਲਾ ਹੋਣਾ ਚਾਹੀਦਾ ਹੈ। ਵਿਪਰ ਇਹ ਵੀ ਜਾਣਦਾ ਸੀ ਕਿ ਜੇ ਰਾਜ ਮਹੱਲਾਂ ਵਿੱਚ ਰਾਗ ਰੰਗ ਅਤੇ ਸ਼ਰਾਬ ਦੇ ਦੌਰ ਚੱਲਣ ਲੱਗ ਪੈਣ ਅਤੇ ਅਯਾਸ਼ੀ ਹੁੰਦੀ ਹੋਵੇ ਤਾਂ ਰਾਜ ਦੇ ਹਰ ਅਹਿਲਕਾਰ ਅਥਵਾ ਸਰਦਾਰ ਦੇ ਘਰ ਦੁਰਾਚਾਰ ਅਥਵਾ ਅਯਾਸ਼ੀ ਨੰਗਾ ਨਾਚ ਕਰਨ ਲੱਗ ਪੈਂਦੀ ਹੈ। ਜਥਾ ਰਾਜਾ ਤਥਾ ਪ੍ਰਜਾ ਮੁਹਾਵਰਾ ਪ੍ਰਸਿੱਧ ਹੋ ਚੁੱਕਾ ਸੀ। ਪ੍ਰਹੁਤ ਨੂੰ ਬਹੁਤ ਚਿੰਤਾ ਗੁਰੂ ਦੇ ਗਿਆਨ ਤੋਂ ਸੀ। ਸੁਜਾਨ ਗੁਰੂ ਦੇ ਹੁੰਦਿਆਂ ਗੁਰਬਾਣੀ ਵਿੱਚ ਰਲਾ ਨਹੀਂ ਸੀ ਪਾ ਸਕਿਆ। ਫਿਰ ਜਦ ਗੁਰੂ ਨੇ ਗੱਦੀ ਹੀ ਗੁਰਬਾਣੀ ਨੂੰ ਸੌਂਪ ਦਿੱਤੀ ਤਾਂ ਇਸ ਵਿੱਚ ਰਲਾ ਪਾ ਕੇ ਇਸ ਦੇ ਗਿਆਨ ਅਥਵਾ ਸਿਧਾਂਤ ਨੂੰ ਵਿਗਾੜ ਸਕਣ ਦੀ ਆਸ ਮੂਲੋਂ ਹੀ ਜਾਂਦੀ ਰਹੀ। ਬ੍ਰਾਹਮਣ ਅਜਿਹਾ ਢੰਗ ਵਰਤਣਾ ਚਾਹੁੰਦਾ ਸੀ ਜਿਸ ਨਾਲ ਸਿੱਖ ਜਗਤ ਗੁਰੂ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰ ਆਚਰਨ ਬਣਾਈ ਰੱਖਣ ਦੀ ਲੋੜ ਤੋਂ ਮੁਕਤ ਹੋ ਜਾਵੇ। ਸਿੱਖ ਮਿਸਲਾਂ ਦੇ ਸਮੇਂ ਉਸਨੇ ਖਾਲਸੇ ਨੂੰ ਗੁਰੂ ਦੇ ਗਿਆਨ ਤੋਂ ਦੂਰ ਰੱਖਣ ਵਾਲਾ ਮੰਤਰ ਫੂਕ ਦਿੱਤਾ। ਸਿੱਖ ਨੂੰ ਵਿਧੀਆਂ ਨਾਲ ਕੀਤੇ ਜਾਣ ਵਾਲੇ ਅਖੰਡ ਪਾਠਾਂ ਅਥਵਾ ਸਹਿਜ ਪਾਠਾਂ ਆਦਿ ਤੋਂ ਹੋਣ ਵਾਲੇ ਕਰਾਮਾਤੀ ਚਮਤਕਾਰਾਂ ਦੇ ਭੁਲੇਖਿਆਂ ਵਾਲਾ ਜਾਗ ਲਾ ਦੇਣ ਵਿੱਚ ਸਫਲ ਹੋ ਗਿਆ ਸੀ। ਪੂਰਾ ਇਤਿਹਾਸ ਅੱਗੇ ਸੁਖਣਾ ਵਾਲੇ ਪ੍ਰਕਰਨ ਵਿੱਚ ਦਿੱਤਾ ਗਿਆ ਹੈ। ਇੰਨੀ ਕੁ ਸਫਲਤਾ ਨਾਲ ਵਿਪਰ ਜੀ ਦੇ ਸੀਨੇ ਦੀ ਅੱਗ ਕਿਵੇਂ ਮੱਠੀ ਪੈ ਸਕਦੀ ਸੀ। ਉਹ ਤਾਂ ਪੰਥ ਦੇ ਆਚਰਣ ਦੀ ਸਮੂਹਕ ਤਬਾਹੀ ਚਾਹੁੰਦਾ ਸੀ। ਇਸ ਚਮਤਕਾਰੀ ਸਫਲਤਾ ਨੂੰ ਹਾਸਲ ਕਰਨ ਵਾਸਤੇ
ਉਸ ਦਾ ਨਿਸ਼ਾਨਾ ਖਾਲਸੇ ਦਾ ਰਾਜ ਦਰਬਾਰ ਅਥਵਾ ਖਾਲਸੇ ਦੇ ਰਾਜ ਮਹੱਲ ਹੀ ਸਨ। ਬ੍ਰਾਹਮਣ ਦਾ ਪੂਰਾ ਧਿਆਨ ਖਾਲਸਾ ਜੀ ਦੇ ਰਾਜ ਦਰਬਾਰ ਵਿੱਚ ਆਪਣਾ ਅਸਰ ਬਣਾ ਸਕਣ ਵਿੱਚ ਲੱਗਾ ਹੋਇਆ ਸੀ। ਖਾਲਸਾ ਰਾਜ ਦੇ ਮੁਖੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦੀ ਖਿੱਲਰਵੀਂ ਜਥੇਬੰਦੀ ਨੂੰ ਕੇਂਦਰਿਤ ਕਰਕੇ ਇੱਕ ਮਹਾਨ ਸ਼ਕਤੀ ਦਾ ਰੂਪ ਦੇ ਕੇ ਖਾਲਸੇ ਨੂੰ ਬੜੇ ਵੱਡੇ ਤੇਜ ਪ੍ਰਤਾਪ ਦਾ ਮਾਲਕ ਬਣਾਇਆ ਸੀ। ਇਸ ਵਿੱਚ ਜ਼ਰਾ ਸ਼ੱਕ ਨਹੀਂ ਕਿ ਮਹਾਰਾਜਾ ਖਿਮਾ ਦਾ ਪੁਤਲਾ ਨਿਸ਼ਕਪਟ ਅਤੇ ਮਹਾਨ ਯੋਧਾ ਹੋਣ ਦੇ ਨਾਲ ਉਦਾਰ ਸੁਭਾਅ, ਮਹਾਨ ਦਾਨੀ ਅਤੇ ਸਮਦਰਸ਼ੀ ਸੀ। ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਵਿੱਚ ਸਿੱਖ ਪੰਥ ਲਈ ਅਥਾਹ ਸਤਿਕਾਰ ਅਤੇ ਪਿਆਰ ਸੀ। ਗੁਰੂ ਘਰਾਂ ਦੀ ਸੇਵਾ ਕਰਨ ਨੂੰ ਮਹਾਰਾਜਾ ਆਪਣੇ ਧਨ ਭਾਗ ਸਮਝਦਾ ਸੀ, ਪਰ ਅੱਖਰ ਬੋਧ ਤੋਂ ਕੋਰਾ ਅਨਪੜ੍ਹ ਅਤੇ ਗੁਰਬਾਣੀ ਅਥਵਾ ਗੁਰਮਤਿ ਸਿਧਾਂਤ ਤੋਂ ਬਿਲਕੁਲ ਅਣਜਾਣ ਸੀ। ਅਜਿਹੇ ਮਹਾਰਾਜੇ ਨੂੰ ਆਪਣੇ ਸਵਾਰਥ ਲਈ ਵਰਤ ਲੈਣਾ ਬ੍ਰਾਹਮਣ ਲਈ ਬੜਾ ਸਹਿਲ ਸੀ। ਮਹਾਰਾਜੇ ਦੀ ਵਿਦਿਆਹੀਣਤਾ ਵਾਲੀ ਘਾਟ ਦਾ ਲਾਭ ਲੈਂਦਿਆਂ ਆਪਣੀ ਪੱਤਰੀ ਦਾ ਓਹਲਾ ਬਣਾ ਕੇ ਚਾਤੁਰ ਬ੍ਰਾਹਮਣ ਖਾਲਸਾ ਦਰਬਾਰ ਦੀਆਂ ਉੱਚੀਆਂ ਪੌੜੀਆਂ ਚੜ੍ਹਦਾ ਹੋਇਆ ਰਾਜ ਮਹੱਲਾਂ ਤੱਕ ਜਾ ਪੁੱਜਾ। ਗੁਰਮਤਿ ਗਿਆਨ ਤੋਂ ਸਖਣਾ ਦੂਲਾ ਮਹਾਰਾਜਾ ਸਿੱਖ ਧਰਮ ਦੇ ਆਗੂਆਂ ਦੀ ਅਣਗਹਿਲੀ ਕਾਰਨ ਬ੍ਰਾਹਮਣ ਦੇ ਮਾਇਆ ਜਾਲ ਵਿੱਚ ਫਸ ਗਿਆ। ਮੁਹਿੰਮ ਤੇ ਤੁਰਨ ਤੋਂ ਪਹਿਲਾਂ ਪੁਰੋਹਿਤ ਦੀ ਪੱਤਰੀ ਦੀ ਸਲਾਹ ਲੈਣੀ ਮਹਾਰਾਜੇ ਦਾ ਨੇਮ ਬਣ ਗਿਆ। ਸਿੱਖੀ ਦੇ ਖਤਰਨਾਕ ਅਤੇ ਮੁੱਢਲੇ ਦੁਸ਼ਮਣ ਪੁਰੋਹਿਤ ਅਥਵਾ ਬਿੱਪਰ ਨੇ ਮਹਾਰਾਜੇ ਨੂੰ ਵੇਦਾਂ ਪੁਰਾਣਾਂ ਵਿਚਲੀਆਂ ਉਹ ਕਹਾਣੀਆਂ ਸੁਣਾਉਣੀਆਂ ਆਰੰਭ ਕੀਤੀਆਂ ਜਿਨ੍ਹਾਂ ਵਿੱਚ ਦੇਵਤਿਆਂ ਨੂੰ ਕਈ ਤਰ੍ਹਾਂ ਦੀਆਂ ਆਚਰਨਹੀਣਤਾ ਵਾਲੀਆਂ ਹਰਕਤਾਂ ਕਰਦੇ ਦਰਸਾਇਆ ਗਿਆ ਹੈ। ਮਹਾਰਾਜੇ ਦੀ ਤਸੱਲੀ ਕਰਾਈ ਜਾਂਦੀ ਸੀ ਕਿ ਰਾਜਾ ਧਰਤੀ ਦਾ ਈਸ਼ਵਰ ਹੈ ਤੇ ਨਿਹਕਲੰਕ ਹੁੰਦਾ ਹੈ। ਸ੍ਰੀ ਮੱਧ ਭਾਗਵਤ ਪੁਰਾਣ ਦਾ ਸਕੰਦ 10 ਅਧਿਆਏ 22 ਵਿੱਚੋਂ ਬੀਬੀਆਂ ਦੇ ਚੀਰ ਹਰਨ ਵਾਲੀ ਕ੍ਰਿਸ਼ਨ ਲੀਲਾ ਸੁਣਾਈ, ਜਿਸ ਵਿੱਚ ਲਿਖਿਆ ਹੈ ਕਿ ਜਮਨਾ ਵਿੱਚ ਨਹਾਉਂਦੀਆਂ ਪਿੰਡ ਦੀਆਂ ਧੀਆਂ ਭੈਣਾਂ ਦੇ ਨੰਗੇਜ਼ ਵੇਖਣ ਲਈ ਬਾਹਰ ਪਏ ਬੀਬੀਆਂ ਦੇ ਕੱਪੜੇ ਚੁੱਕ ਕੇ ਕ੍ਰਿਸ਼ਨ ਭਗਵਾਨ ਜੀ ਰੁੱਖ ਤੇ ਚੜ੍ਹ ਬੈਠੇ। ਉਹਨਾਂ ਨੂੰ ਪਾਣੀ ਵਿੱਚੋਂ ਨੰਗੀਆਂ ਬਾਹਰ ਆਉਣ ਲਈ ਮਜਬੂਰ ਕੀਤਾ ਅਤੇ ਉਹਨਾਂ ਦੀਆਂ ਕੁੱਖਾਂ ਹਰੀਆਂ ਕੀਤੀਆਂ। ਫਿਰ ਕਲਗੀਧਰ ਜੀ ਪ੍ਰਤੀ ਮਹਾਰਾਜੇ ਦੀ ਵਿਸ਼ੇਸ਼ ਅਤੇ ਡੂੰਘੀ ਸ਼ਰਧਾ ਨੂੰ ਵਰਤਣ ਲਈ ਦਸਮ ਗ੍ਰੰਥ ਵਿਚਲੇ ਕ੍ਰਿਸ਼ਨ ਅਵਤਾਰ ਦੇ 329ਵੇਂ ਸਵਈਏ ਵਿੱਚੋਂ ਇਹ ਪੜ੍ਹ ਸੁਣਾਇਆ ਕਿ ਕ੍ਰਿਸ਼ਨ ਭਗਵਾਨ ਜੀ ਦਾ ਕਈ ਪ੍ਰਕਾਰ ਭੋਨਵਾਂ ਅਤੇ ਤਰੀਦਾਰ ਮਾਸ ਖਾਣ ਦਾ ਪ੍ਰਸੰਗ ਹੈ। ਸ੍ਰੀ ਮੱਧ ਭਾਗਵਤ ਪੁਰਾਣ ਵਿੱਚ ਲਿਖੀ 16,108 ਇਸਤਰੀਆਂ ਵਿੱਚੋਂ 10-10 ਲੜਕੇ ਤੇ ਇੱਕ ਲੜਕੀ ਪੈਦਾ ਕਰਨ ਵਾਲੀ ਕਥਾ ਸੁਣਾਈ ਅਤੇ ਸਮਝਾਇਆ ਕਿ ਰਾਜਾ ਆਪਣੀ ਪ੍ਰਜਾ ਦਾ ਕੇਵਲ ਈਸ਼ਵਰ ਹੀ ਨਹੀਂ ਹੁੰਦਾ, ਸਗੋਂ ਗੋਪੀਆਂ ਨਾਲ ਰਾਸ ਲੀਲਾ ਰਚਾਉਣ ਦਾ ਹੱਕ ਰੱਖਣ ਵਾਲਾ ਮੁਰਲੀ ਮਨੋਹਰ ਵੀ ਹੁੰਦਾ ਹੈ। ਫਿਰ ਦਸਮ ਗ੍ਰੰਥ ਦੇ 2112 ਤੋਂ 2116 ਸਵਈਏ ਵੀ ਅਰਥਾਂ ਸਮੇਤ ਸੁਣਾਏ। ਇਹਨਾਂ ਵਿੱਚੋਂ ਕ੍ਰਿਸ਼ਨ ਜੀ ਦੀ ਉਹ ਲੀਲਾ ਸੁਣਾਈ ਜਿੱਥੇ ਉਹਨਾਂ ਨੂੰ ਪੋਸਤ, ਅਫੀਮ, ਭੰਗ ਅਤੇ ਸ਼ਰਾਬ ਦੇ ਮਿਲਵੇਂ ਨਸ਼ਿਆਂ ਵਿੱਚ ਮਸਤ ਹੋ ਕੇ ਆਰਾਮ ਜਣੀਆਂ ਦੇ ਨਾਚ ਗਾਣੇ ਦੇ ਕੜਮਾਸ ਵਿੱਚ ਗੰਧ ਖਿਲਾਰਦੇ ਦਰਸਾਇਆ ਗਿਆ ਹੈ। ਅਤੇ ਜਦ ਮਹਾਰਾਜੇ ਨੂੰ ਇਹ ਸਮਝਾਇਆ ਗਿਆ ਕਿ ਦਸਮ ਗੁਰੂ ਨਾਨਕ ਜੀ ਦੀ ਕਲਮ ਨਾਲ ਲਿਖੇ ਹੋਏ ਦਸਮ ਗ੍ਰੰਥ ਵਿਚਲਾ ਇਹ ਸਾਰਾ ਕੁਝ ਗੁਰਬਾਣੀ ਹੀ ਹੈ, ਤਾਂ ਇਹ ਸਭ ਕੁਝ ਕਰਨਾ ਮਹਾਰਾਜੇ ਲਈ ਕਲਗੀਧਰ ਜੀ ਦਾ ਹੁਕਮ ਹੋ ਦਿਸਿਆ। ਦਸਮ ਗ੍ਰੰਥ ਦੀ ਇਹ ਪਹਿਲੀ ਦੇਣ ਸੀ ਸਿੱਖ ਪੰਥ ਨੂੰ। ਸੂਝਵਾਨ ਸਿੱਖ ਵਿਦਵਾਨ ਇਸ ਗ੍ਰੰਥ ਵਿਚਲੀਆਂ ਅਸ਼ਲੀਲ ਲਿਖਤਾਂ ਦੇ ਵਿਰੁੱਧ ਸੱਚਾ ਵਾਵੇਲਾ ਕਰ ਰਹੇ ਹਨ। ਸਿਆਮ ਨਾਮੀ ਬ੍ਰਾਹਮਣ ਕ੍ਰਿਸ਼ਨ ਅਵਤਾਰ ਦੇ ਲਿਖਾਰੀ ਦੀ ਦੂਰ ਦ੍ਰਿਸ਼ਟੀ ਵਾਲੀ ਚਾਲ ਸਫਲ ਹੋ ਗਈ। ਬ੍ਰਾਹਮਣ ਨੇ ਰੁਚੀ ਤਾੜ ਕੇ ਆਪਣੇ ਚੇਲਿਆਂ ਡੋਗਰੇ ਭਰਾਵਾਂ ਨੂੰ ਇਸ਼ਾਰਾ ਕਰ ਦਿੱਤਾ। ਇੱਕ ਦੂਜੀ ਤੋਂ ਵੱਧ ਸੁੰਦਰ ਪਹਾੜਾਂ, ਗੋਲੀਆਂ ਅਥਵਾ ਗੋਪੀਆਂ ਦੇ ਰੂਪ ਵਿੱਚ ਮਹਾਰਾਜੇ ਦੇ ਅੱਗੇ ਪਿੱਛੇ ਫਿਰਨ ਲੱਗ ਪਈਆਂ। ਹਰ ਪ੍ਰਕਾਰ ਦੇ ਨਸ਼ੇ ਹਾਜ਼ਰ ਹੋਣ ਲੱਗ ਪਏ। ਕ੍ਰਿਸ਼ਨ ਲੀਲਾ ਵਾਲੀ ਗੱਲ ਨੂੰ ਮਹਾਰਾਜਾ ਕਲਗੀਧਰ ਜੀ ਦਾ ਹੁਕਮ ਮੰਨ ਬੈਠਾ। ਬਸ ਹੁਣ ਖਾਲਸੇ ਦੇ ਤੇਜ ਪ੍ਰਤਾਪ ਦੇ ਅਲੋਪ ਹੋ ਜਾਣ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਸੀ। ਇਸ ਅਣਗਹਿਲੀ ਦਾ ਜ਼ਿੰਮੇਵਾਰ ਸਿੱਖ ਪੰਥ ਦਾ ਉਸ ਸਮੇਂ ਵਾਲਾ ਧਾਰਮਿਕ ਆਗੂ ਹੈ। ਮਹਾਰਾਜਾ ਤਾਂ ਧਾਰਮਿਕ ਆਗੂ ਦੇ ਹੁਕਮ ਤੇ
ਕੋੜੇ ਖਾਣ ਲਈ ਪਿੱਠ ਨੰਗੀ ਕਰ ਖਲੋਂਦਾ ਸੀ। ਅੱਜ ਵੀ ਜਿਹੜਾ ਸਿੱਖ ਦਸਮ ਗ੍ਰੰਥ ਦੀ ਸਾਰੀ ਬਾਣੀ ਨੂੰ ਕਲਗੀਧਰ ਜੀ ਦੀ ਉਚਾਰੀ ਦੱਸ ਰਿਹਾ ਹੈ, ਉਹ ਉਸੇ ਬਿੱਪਰ ਦਾ ਚੇਲਾ ਅਤੇ ਪੰਥ ਦਾ ਦੁਸ਼ਮਣ ਹੈ। ਫਿਰ ਕਿਹੜਾ ਮਜ਼ਹਬ ਸੀ ਜਿਸ ਵਿੱਚੋਂ ਰਾਣੀ ਜਾਂ ਗੋਲੀ ਅਥਵਾ ਗੋਪੀ ਰਾਜ ਮਹੱਲਾਂ ਵਿੱਚ ਨਹੀਂ ਪੁੱਜੀ ਸੀ। ਮੂਰਤੀ ਪੂਜਾ ਵਾਸਤੇ ਉਚੇਚਾ ਮੰਦਰ ਸ਼ੀਸ਼ ਮਹੱਲਾਂ ਦੇ ਨੇੜੇ ਹੀ ਬਣਾ ਦਿੱਤਾ ਗਿਆ। ਰੰਗਾ ਰੰਗ ਦੇ ਨਸ਼ੇ ਆਉਣੇ ਸ਼ੁਰੂ ਹੋ ਗਏ। ਖਾਲਸਾ ਰਾਜ ਦੇ ਸੱਚੇ ਹਤੈਸ਼ੀ ਪੂਰਨ ਗੁਰਸਿੱਖ ਬਹਾਦਰ ਜਰਨੈਲ ਅਕਾਲੀ ਫੂਲਾ ਸਿੰਘ ਦੀ ਚੇਤਾਵਨੀ ਦੀ ਪਰਵਾਹ ਕਰਨ ਦੀ ਹੱਦ ਤੋਂ ਮਹਾਰਾਜ ਅੱਗੇ ਲੰਘ ਚੁੱਕਾ ਸੀ। ਖਾਲਸਾ ਰਾਜ ਦੇ ਦੋਖੀਆਂ ਗੁਲਾਬ ਸਿੰਘ, ਜੇ ਸਿੰਘ ਡੋਗਰੇ ਭਰਾ ਅਤੇ ਮਿਸਰ ਤੇਜਾ ਸਿੰਘ, ਮਿਸਰ ਲਾਲ ਸਿੰਘ ਆਦਿ ਬ੍ਰਾਹਮਣਾਂ ਦੀ ਜੁੰਡਲੀ ਦੇ ਲੀਡਰ ਧਿਆਨ ਸਿੰਘ ਨੂੰ ਇੰਨੀ ਖੁੱਲ੍ਹ ਮਿਲ ਚੁੱਕੀ ਸੀ ਕਿ ਉਹ ਰਾਜ ਮਹੱਲਾਂ ਵਿੱਚ ਵੀ ਜਾ ਵੜਦਾ ਸੀ। ਇਹ ਸਾਰਾ ਲਾਣਾ ਪੱਤਰੀ ਵਾਲੇ ਬ੍ਰਾਹਮਣ ਦਾ ਚੇਲਾ ਹੀ ਤਾਂ ਸੀ। ਬਿੱਪਰ ਦਾ ਇਸ਼ਾਰਾ ਹੋਣ ਤੇ ਉਹਨਾਂ ਨੇ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਅਤੇ ਹੋਰ ਵੱਡੇ ਵੱਡੇ ਗੁਰੂ ਘਰਾਂ ਵਿੱਚ ਗ੍ਰੰਥੀਆਂ ਦੇ ਭੇਸ ਬਿੱਪਰ ਮਹੰਤ ਵਾੜ ਦਿੱਤੇ। ਇਨ੍ਹਾਂ ਮਹੰਤਾਂ ਨੇ ਬਿੱਪਰਨ ਕੀ ਰੀਤ ਦਾ ਪਾਠ ਪੜ੍ਹਾਉਣਾ ਗੁਰੂ ਘਰਾਂ ਤੋਂ ਹੀ ਚਾਲੂ ਕਰ ਦਿੱਤਾ। ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ 7 ਥਾਈਂ ਮੂਰਤੀਆਂ ਰੱਖ ਦਿੱਤੀਆਂ। ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਤੋਂ ਪਹਿਲਾਂ ਇਨ੍ਹਾਂ ਮੂਰਤੀਆਂ ਦੀ ਪੂਜਾ ਕਰਨੀ ਸਿੱਖ ਮਰਿਆਦਾ ਬਣਾ ਦਿੱਤੀ। ਮੂਰਤੀਆਂ ਦੀ ਪੂਜਾ ਦੇ ਨਾਲ ਖਾਲਸੇ ਨੂੰ ਦਰਖਤਾਂ ਅਥਵਾ ਪਾਣੀ ਦਾ ਪੁਜਾਰੀ ਬਣਾ ਦੇਣ ਲਈ ਕੋੜੇ ਨਾਲ ਵਿਆਹੀ ਜਾਣ ਵਾਲੀ ਕਥਿਤ ਰਜਨੀ ਵਾਲੀ ਨਿਰਮੂਲ ਅਤੇ ਮਨ ਘੜਤ ਗਾਥਾ ਸਿੱਖ ਇਤਿਹਾਸ ਵਿੱਚ ਲਿਖਵਾ ਕੇ ਦੁੱਖ ਭੰਜਣੀ ਬੇਰੀ ਸਰੋਵਰ ਦੇ ਕੰਢੇ ਲਿਆ ਗੱਡੀ। ਸੱਚ ਦੇ ਦਰਬਾਰ ਵਿੱਚ ਝੂਠ ਦੀ ਪੂਜਾ ਕਰਨੀ ਧਰਮ ਦਾ ਅੰਗ ਬਣਦੀ ਗਈ। ਖਾਲਸੇ ਦੇ ਖਜ਼ਾਨੇ ਵਿੱਚੋਂ ਕਰੋੜਾਂ ਦਾ ਧਨ ਬਿੱਪਰ ਰੀਤੀ ਦੇ ਪ੍ਰਚਾਰ ਦੇ ਅੱਡਿਆਂ ਦੇਵ ਮੰਦਰਾਂ ਤੇ ਪੁੱਜਣ ਲੱਗ ਪਿਆ। ਰਾਜ ਮਹੱਲਾਂ ਦੇ ਆਚਰਣ ਦਾ ਅਸਰ ਸਿੱਖ ਸਰਦਾਰਾਂ ਅਤੇ ਫੌਜੀਆਂ ਉੱਤੇ ਪੈਣ ਵਿੱਚ ਕੋਈ ਢਿੱਲ ਨਾ ਲੱਗੀ। ਇਹ ਭੈੜਾ ਅਸਰ ਭਲਾ ਪਰਜਾ ਵਿੱਚ ਕਿੱਥੋਂ ਤੱਕ ਪੁੱਜਾ ਹੋਵੇਗਾ। ਕਈ ਸਿੱਖ ਪਰਿਵਾਰ ਦੇਵੀ ਦੇਵਤਿਆਂ ਦੇ ਮੰਦਰਾਂ ਵਿੱਚ ਸੁਖਣਾ ਸੁਖਣ ਅਤੇ ਫਿਰ ਸੁਖਣਾ ਦੇਣ ਵਾਸਤੇ ਵੀ ਜਾਣ ਲੱਗ ਪਏ, ਜੋ ਅੱਜ ਵੀ ਦੇਖੇ ਜਾ ਸਕਦੇ ਹਨ। ਕਲਗੀਆਂ ਵਾਲੇ ਦੀ ਤਾੜਨਾ ਦੇ ਸਤਿਕਾਰ ਦੇ ਥਾਂ ਸਿੱਖ ਪੰਥ ਵਿੱਚ ਬਿੱਪਰ ਰੀਤੀ ਆ ਵੜੀ ਸੀ। ਖਾਲਸੇ ਨੇ ਕਲਗੀਧਰ ਦੀਆਂ ਨਜ਼ਰਾਂ ਵਿੱਚੋਂ ਆਪਣੀ ਪ੍ਰਤੀਤ ਗਵਾ ਲਈ। ਫਿਰ ਕਲਗੀਧਰ ਨੇ ਆਪਣੀ ਮਿਹਰ ਦਾ ਹੱਥ ਇਸ ਵਿਸ਼ਵਾਸਘਾਤੀ ਸਿੱਖ ਦੇ ਸਿਰ ਤੇ ਕਿਉਂ ਰੱਖਣਾ ਸੀ, ਜਿਸ ਮਾਇਆ ਦੇ ਜਾਲ ਵਿੱਚੋਂ ਫਸਣੋਂ ਰੋਕਿਆ ਹੋਇਆ ਸੀ, ਜਦ ਉਹੀ ਮਾਇਆ ਖਾਲਸੇ ਦੇ ਰਾਜ ਮਹੱਲਾਂ, ਸ਼ਾਹੀ ਦਰਬਾਰ, ਸਰਦਾਰਾਂ, ਮਹਾਰਾਜੇ ਦੇ ਸਾਲੇ ਜਵਾਹਰ ਸਿੰਘ ਦੀ ਅਯਾਸ਼ੀ ਦੇ ਕਿੱਸੇ ਤਾਂ ਘਰ ਘਰ ਸੁਣੇ ਜਾਣ ਲੱਗ ਪਏ ਸਨ। ਵਿੱਚ ਕਈ ਰੰਗ ਧਾਰ ਕੇ ਪ੍ਰਧਾਨ ਆ ਬਣੀ ਤੇ ਫਿਰ ਮਾਇਆ ਨੇ ਆਪਣਾ ਰੂਪ ਵਿਖਾਉਣਾ ਹੀ ਸੀ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਉ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਬੇਬਾਦੇ, ਪੰਨਾ 370। ਅਰਥ, ਜਿਸ ਮਨੁੱਖ ਨੇ ਇਸ ਮਾਇਆ ਨਾਲ ਪਿਆਰ ਪਾਇਆ ਉਹੀ ਪਰਤ ਕੇ ਖਾਧਾ ਗਿਆ। ਮਾਇਆ ਨੇ ਉਸ ਨੂੰ ਹੀ ਖਾ ਲਿਆ। ਜਿਸ ਨੇ ਇਸ ਕਾਂ ਵਾਸ਼ਨਾ ਦੇ ਅਧੀਨ ਹੋ ਕੇ ਇਕੱਠੀਆਂ ਕੀਤੀਆਂ ਇਸਤਰੀਆਂ, ਸ਼ਰਾਬ, ਕਬਾਬ ਵੀ ਸਭ ਮਾਇਆ ਹੀ ਹੈ। ਮਾਇਆ ਨੂੰ ਆਦਰ ਦੇ ਕੇ ਆਪਣੇ ਕੋਲ ਬਿਠਾਇਆ। ਉਸ ਦੇ ਮਨ ਵਿੱਚ ਇਸ ਮਾਇਆ ਨੇ ਕਈ ਪ੍ਰਕਾਰ ਦਾ ਡਰ ਪੈਦਾ ਕਰ ਦਿੱਤਾ। ਭਰਾ, ਮਿੱਤਰ, ਪਰਿਵਾਰ ਦੇ ਜੀਵ ਸਾਰੇ ਮਾਇਆ ਦੇ ਕਾਰਨ ਆਪਸ ਵਿੱਚ ਲੜ ਪੈਂਦੇ ਹਨ, ਕਿਉਂਕਿ ਬਿੱਪਰ ਰੀਤੀ ਦਾ ਆਧਾਰ ਹੀ ਮਾਇਆ ਹੈ। ਦੇਵੀ ਦੇਵਤਿਆਂ ਦਾ ਮੂਲ ਵੀ ਮਾਇਆ ਹੀ ਹੈ। ਦੇਵੀ ਦੇਵਾ ਮੂਲ ਹੈ ਮਾਇਆ, ਪੰਨਾ 129। ਇਸੇ ਕਾਰਨ ਹੀ ਗੁਰਦੇਵ ਜੀ ਨੇ ਇਸ ਬਿੱਪਰਨ ਕੀ ਰੀਤ ਤੋਂ ਬਚ ਕੇ ਰਹਿਣ ਲਈ ਕਿਹਾ ਸੀ। ਬਿੱਪਰਨ ਕੀ ਰੀਤ ਨੇ ਆਪਣਾ ਰੰਗ ਵਿਖਾਉਣਾ ਆਰੰਭ ਕਰ ਦਿੱਤਾ। ਪਹਿਲਾਂ ਤਾਂ ਮਹਾਰਾਜੇ ਦੀ ਸਿਹਤ ਨੂੰ ਖਾਧਾ, ਅਧਰੰਗ ਕਰਕੇ ਮੂੰਹ ਪਰਨੇ ਮਾਰਿਆ, ਦਰਬਾਰ ਨੂੰ ਫੁੱਟ ਨੇ ਖਾ ਲਿਆ ਅਤੇ ਖਾਲਸੇ ਦਾ ਤੇਜ ਪ੍ਰਤਾਪ ਸੁਪਨਾ ਹੋ ਗਿਆ। ਪੰਥਕ ਲੀਡਰ ਨੇ ਸਿਆਸੀ ਕਲਾਬਾਜ਼ੀਆਂ ਕਈ ਢੰਗਾਂ ਨਾਲ ਲਾਈਆਂ, ਪਰ ਪੰਥ ਦਾ ਤੇਜ ਪ੍ਰਤਾਪ ਦੂਰ ਤੋਂ ਦੂਰ ਹੀ ਹੁੰਦਾ ਗਿਆ। ਹੁਣ ਇਹ ਦੁਖਦਾਈ ਘੜੀ ਵੀ ਆ ਬਣੀ ਹੈ ਕਿ ਪੰਥਕ ਅਣਖ ਨੂੰ ਬਚਾਈ ਰੱਖਣ ਦੀ ਖਾਤਰ ਆਪਣਾ ਸੀਸ ਤਲੀ ਤੇ ਟਿਕਾਈ ਰੱਖਣ ਵਾਲਾ ਖਾਲਸਾ ਪੰਥ ਆਪਣੇ ਪ੍ਰਾਣਾਂ ਤੋਂ ਪਿਆਰੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਤੋਂ ਪਹਿਲਾਂ ਪੁਲਿਸ ਕੋਲੋਂ ਆਪਣੀ ਤਲਾਸ਼ੀ ਕਰਵਾਉਣੀ ਵੀ
ਝੱਲ ਗਿਆ ਹੈ। ਗਰੀਬ ਅਤੇ ਨਤਾਣਿਆਂ ਦੀ ਰੱਖਿਆ ਕਰਦਿਆਂ ਪੁਰਜਾ ਪੁਰਜਾ ਹੋ ਕੇ ਕੱਟ ਮਰਨ ਵਾਲੀ ਖਾਲਸਾਈ ਸੂਰਮਤਾਈ ਗੁਆਚ ਗਈ। ਦੂਲੇ ਖਾਲਸਾ ਜੀ ਦੀ ਅਣਖ ਰੰਗ ਵਟਾ ਕੇ ਗੁਰੂ ਦਰਬਾਰਾਂ ਵਿੱਚ ਕੇਸੋ ਕੇਸੀ ਹੋਣ ਵਾਲੀ ਅਥਵਾ ਭਲੇ ਲੋਕਾਂ ਦੀਆਂ ਪੱਗਾਂ ਉਛਾਲਣ ਵਾਲੀ ਬਣਦੀ ਗਈ। ਕੌਮ ਦੇ ਸਰਬ ਉੱਚ ਜਥੇਦਾਰ ਜੀ ਨੇ ਵਿਪਰਨ ਕੀ ਰੀਤ ਬਾਰੇ ਗੰਭੀਰਤਾ ਨਾਲ ਕਦੇ ਨਹੀਂ ਵਿਚਾਰਿਆ। ਜਿਸ ਆਦਰਸ਼ ਨਾਲ ਜੋੜ ਕੇ ਸਤਿਗੁਰਾਂ ਨੇ ਖਾਲਸੇ ਨੂੰ ਤੇਜ ਪ੍ਰਤਾਪ ਦਾ ਮਾਲਕ ਬਣਾਇਆ ਸੀ ਅਤੇ ਜਿਸ ਨਿਆਰੇ ਆਦਰਸ਼ ਨਾਲ ਸਦਾ ਜੁੜੇ ਰਹਿਣ ਦੀ ਤਾਕੀਦ ਸਤਿਗੁਰਾਂ ਨੇ ਬੜੇ ਜ਼ੋਰਦਾਰ ਸ਼ਬਦਾਂ ਨਾਲ ਕੀਤੀ ਸੀ, ਉਸ ਆਦਰਸ਼ ਵੱਲ ਪਰਤਣ ਦੀ ਲੋੜ ਨੂੰ ਪੰਥ ਦੇ ਜਥੇਦਾਰ ਨੇ ਮੁੱਢੋਂ ਹੀ ਮੁਕਾ ਦਿੱਤਾ। ਵਿਪਰਨ ਕੀ ਰੀਤ ਦਾ ਸਭ ਤੋਂ ਵੱਡਾ ਕਮਾਲ ਇਹ ਹੈ ਕਿ ਇਸ ਘਾਤਕ ਰੀਤ ਦੇ ਧਾਰਨੀ ਬਣ ਕੇ ਵੀ ਅਸੀਂ ਆਪਣੇ ਆਪ ਨੂੰ ਨਿਆਰੇ ਹੀ ਕਹੀ ਜਾ ਰਹੇ ਹਾਂ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੰਥ ਦਾ ਕੇਂਦਰੀ ਅਸਥਾਨ ਹੈ, ਪੰਥਕ ਸ਼ਕਤੀ ਦਾ ਧੁਰਾ ਹੈ ਅਥਵਾ ਪੰਥ ਬੋੜ ਦੀ ਜੜ ਦਰਬਾਰ ਸਾਹਿਬ ਹੈ। ਉਸ ਤੋਂ ਦੂਰ ਹੋ ਕੇ ਕਿਸੇ ਡੇਰੇ ਨਾਲ ਜੁੜ ਜਾਣਾ ਜਾਂ ਉਸ ਪਾਵਨ ਥਾਂ ਤੋਂ ਵਿਪਰਨ ਕੀ ਰੀਤ ਨੂੰ ਉਤਸ਼ਾਹ ਮਿਲਦਾ ਰਹਿਣਾ, ਪੰਥਕ ਰੁੱਖ ਨੂੰ ਜੜ੍ਹਾਂ ਤੋਂ ਸੋਕਾ ਪੈਣਾ ਆਰੰਭ ਹੋ ਜਾਣ ਵਾਲੀ ਬਦਕਿਸਮਤੀ ਹੈ। ਇਸ ਕੌੜੀ ਸੱਚਾਈ ਦੀ ਪੂਰੀ ਸਮਝ ਅਗਲੇ ਸਫ਼ਿਆਂ ਨੂੰ ਗਹੁ ਨਾਲ ਪੜ੍ਹ ਕੇ ਆ ਜਾਵੇਗੀ। ਵਿਪਰਨ ਕੀ ਰੀਤ ਦੀ ਸੂਝ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਾਜ਼ਰਾ ਹਜ਼ੂਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੇਣੀ ਹੈ। ਸੋ ਪਹਿਲਾਂ ਵਿਪਰ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਸਮਝ ਲੈਣ ਦੀ ਲੋੜ ਹੈ। ਫਿਰ ਨਾਲ ਦੀ ਨਾਲ ਗੁਰਬਾਣੀ ਦੇ ਸਿਧਾਂਤ ਦੀ ਕਸਵੱਟੀ ਤੇ ਪਰਖ ਕੇ ਵੇਖਣਾ ਹੈ ਕਿ ਸਾਡੀ ਮਰਜ਼ਾਦਾ ਵਿੱਚ ਕਿੰਨੇ ਫੀਸਦੀ ਵਿਪਰਨ ਕੀ ਰੀਤੀ ਵੜ ਚੁੱਕੀ ਹੈ। ਉਸ ਨੂੰ ਤਿਆਗ ਕੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਸਮਝ ਕੇ ਸੰਸਾਰ ਨੂੰ ਉਸ ਨਿਆਰੇ ਸਿਧਾਂਤ ਤੋਂ ਜਾਣੂ ਕਰਵਾਉਣ ਦੇ ਵਿਸ਼ਾਲ ਪ੍ਰਬੰਧ ਕਰਨੇ ਹਨ। ਇਸ ਤਰ੍ਹਾਂ ਜਦ ਅਸਾਂ ਕਲਗੀਧਰ ਜੀ ਦਾ ਵਿਸ਼ਵਾਸ ਮੁੜ ਜਿੱਤ ਲਿਆ ਤਾਂ ਇਸ ਭਰੋਸੇ ਵਿੱਚ ਕੋਈ ਸੰਦੇਹ ਨਹੀਂ ਰਹਿ ਜਾਣਾ ਕਿ ਤੇਜ ਪ੍ਰਤਾਪ ਦੀ ਪ੍ਰਾਪਤੀ ਦੇ ਸੰਘਰਸ਼ ਵਿੱਚ ਦਸਮ ਗੁਰੂ ਨਾਨਕ ਦੇਵ ਜੀ ਆਪ ਸਹਾਈ ਆ ਹੋਣਗੇ। ਤੇਜ ਪ੍ਰਤਾਪ ਉਸੇ ਤਰ੍ਹਾਂ ਫਿਰ ਥਾਲੀ ਵਿੱਚ ਟਿਕਾ ਕੇ ਖਾਲਸਾ ਪੰਥ ਦੀ ਭੇਟਾ ਕੀਤਾ ਜਾਵੇਗਾ। ਮਾਇਆ ਮੋਹ ਗੋਬਾਰ ਹੈ, ਗੁਰ ਬਿਨ ਗਿਆਨ ਨ ਹੋਈ, ਸ਼ਬਦ ਲੱਗੇ ਤਿਨ ਬੂਝਿਆ, ਦੂਜੇ ਪਰਜ ਵਿਗੋਈ। ਮਨ ਮੇਰੇ ਗੁਰਮਤਿ ਕਰਨੀ ਸਾਰ, ਸਦਾ ਸਦਾ ਹਰ ਪ੍ਰਭ ਰਵੈ, ਤਾਂ ਪਾਵੇਂ ਮੋਖ ਦੁਆਰ। ਰਹਾਉ ਪੰਨਾ 559। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਪਹਿਲਾ, ਪਹਿਲੇ ਕਾਂਡ ਦਾ ਚੌਥਾ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।